ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ। ਜਿਤ ਮਿਲਿਆ ਹਰ ਉਰ ਧਾਰੇ। ਜੀ ਦਾਨ ਗੁਰ ਪੂਰੈ ਦੀਆ। ਹਰ ਅੰਮ੍ਰਿਤ ਨਾਮ ਸਮਾਰੇ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ। ਜਿਤ ਮਿਲਿਆ ਹਰ ਉਰ ਧਾਰੇ। ਜੀ ਦਾਨ ਗੁਰ ਪੂਰੈ ਦੀਆ। ਹਰ ਅੰਮ੍ਰਿਤ ਨਾਮ ਸਮਾਰੇ। ਰਾਮ ਗੁਰ ਹਰ ਹਰ ਨਾਮ ਕੰਠ ਧਾਰੇ। ਗੁਰਮੁਖ ਕਥਾ ਸੁਣੀ ਮਨ ਭਾਈ। ਧਨ ਧਨ ਵਡ ਭਾਗ ਹਮਾਰੇ। ਰਹਾਓ ਕੋਟ ਕੋਟ ਤੇ ਤੀਸ ਧਿਆਵਹਿ। ਤਾ ਕਾ ਅੰਤ ਨ ਪਾਵਹਿ ਪਾਰੇ। ਹਿਰਦੈ ਕਾਮ ਕਾਮਨੀ ਮੰਗਹਿ। ਰਿਦ ਮੰਗਹਿ ਹਾਥ ਪਸਾਰੇ। ਹਰ ਜਸ ਜਪ ਜਪ ਵੱਡਾ ਵਡੇਰਾ। ਗੁਰਮੁਖ ਰਖ ਉਰ ਧਾਰੇ। ਜੇ ਵੱਡ ਭਾਗ ਹੋਵੇ ਤਾਂ ਜਪੀਐ। ਹਰ ਭਉ ਜਲ ਪਾਰ ਉਤਾਰੇ। ਹਰ ਜਨ ਨਿਕਟ ਨਿਕਟ ਹਰ ਜਨ ਹੈ। ਹਰ ਰਾਖੈ ਕੰਠ ਜਨ ਧਾਰੇ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ। ਹਮ ਬਾਰਿਕ ਹਰ ਪ੍ਰਤਪਾਰੇ। ਹਰ ਜਨ ਨਿਕਟ ਨਿਕਟ ਹਰ ਜਨ ਹੈ। ਹਰ ਰਾਖੈ ਕੰਠ ਜਨ ਧਾਰੇ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ। ਹਮ ਬਾਰਿਕ ਹਰ ਪ੍ਰਤਪਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਅੰਤਰਜਾਮੀ ਭਗਤ ਵਚਲ। ਚਵਰ ਛਤਰ ਤਖਤ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਇਹਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬਹਿਮਾਨ ਸਾਹਿਬਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵੱਡੇ ਭਾਗ ਹਨ ਜੋ ਸਾਨੂੰ ਇਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਬੈਠ ਕਰਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲ ਕਰਨ ਦਾ ਸੁਭਾਗ ਸਾਹਿਬਾਂ ਨੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਨੂੰ, ਇੱਥੋਂ ਦੀਆਂ ਬਖਸ਼ਾਂ ਨੂੰ ਦੁਨੀਆ ਦੇ ਜਿੰਨੇ ਵੀ ਸਤਿਪੁਰਖ ਹਨ, ਗੁਪਤ ਅਤੇ ਪ੍ਰਗਟ, ਸਾਰੇ ਹੀ ਤਰਸਦੇ ਨੇ, ਲੋਚਦੇ ਨੇ। ਸਾਹਿਬਾਂ ਦਾ ਫਰਮਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਦਰ ਇੰਨਾ ਪਵਿੱਤਰ ਹੈ, ਇੰਨਾ ਉੱਚਾ ਹੈ, ਇੰਨਾ ਸੁੱਚਾ ਹੈ ਕਿ ਦੁਨੀਆ ਵਿੱਚ ਹੋਰ ਕੋਈ ਨਹੀਂ।
ਡਿਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬਦਹੁ ਪੁਰਖ ਵਿਧਾਤੇ ਤਾ ਤੂ ਸੋਹਿਆ। ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਆਪਾਂ ਨੂੰ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਦੁੱਖ ਭੰਜਨੀ ਬੇਰੀ ਦੇ ਥੱਲੇ ਦੀਵਾਨ ਸਜਿਆ ਹੋਇਆ ਹੈ। ਗੁਰਮੁਖਾਂ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਡੇ ਤੇ ਮਿਹਰਾਂ ਕਰੋ। ਸਤਿਗੁਰਾਂ ਦੀ ਵਡਿਆਈ ਮਹਿਮਾ ਨਾਮ ਵਿੱਚ ਜੁੜ ਕੇ ਕਿਸ ਤਰ੍ਹਾਂ ਬਖਸ਼ਾਂ ਲਈਆਂ ਜਾ ਸਕਦੀਆਂ ਹਨ। ਸਾਡੇ ਤੇ ਤਰਸ ਕਰਕੇ ਸਾਨੂੰ ਆਪਣੇ ਸਰੂਪ ਦੇ ਵਿੱਚ ਮਿਲਾਉਣ ਦੇ ਵਾਸਤੇ ਉਪਦੇਸ਼ ਬਖਸ਼ੋ। ਤਾਂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਦੋ ਸ਼ਬਦ ਆਪ ਜੀ ਨੇ ਬਖਸ਼ਿਸ਼ ਕੀਤੇ ਹਨ। ਪਹਿਲੇ ਦੇ ਵਿੱਚ ਸਤਿਗੁਰਾਂ ਦੀ ਦਇਆ, ਸਤਿਗੁਰਾਂ ਦੀ ਮਿਹਰ ਅਤੇ ਨਾਮ ਜਪਣ ਦਾ ਢੰਗ ਆਪ ਜੀ ਬੇਨਤੀ ਰੂਪ ਦੇ ਵਿੱਚ ਦਰਸਾਉਂਦੇ ਹਨ। ਅਤੇ ਦੂਸਰੇ ਸ਼ਬਦ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸਤਿਗੁਰਾਂ ਦੀ ਮਹਿਮਾ ਵਡਿਆਈ, ਕਿਉਂਕਿ ਅਖੀਰਲੀ ਪੰਕਤੀ ਵਿੱਚ ਪਹਿਲੇ ਸ਼ਬਦ 'ਚ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਮਿਹਰ ਕਰਦੇ ਨੇ, ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਪੂਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਨ, ਜਿਨ੍ਹਾਂ ਨੂੰ ਮਿਲ ਕਰਕੇ ਨਾਮ ਜਪਿਆ ਜਾ ਸਕਦਾ ਹੈ। ਉਹ ਪੂਰਾ ਸਤਿਗੁਰੂ ਕਿੰਨਾ ਕੁ ਵੱਡਾ ਹੈ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਆਓ ਪ੍ਰੇਮ ਦੇ ਨਾਲ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਚੌਥਾ। ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਸੋਢੀ ਸ੍ਰਿਸ਼ਟ ਸਗਲ ਤਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਵਡਾਈ। ਐਸੇ ਦੀਨ ਦਿਆਲ ਸਤਿਗੁਰੂ ਜੀ ਰਾਮਕਲੀ ਰਾਗਣੀ ਵਿੱਚ ਫਰਮਾਨ ਕਰਦੇ ਨੇ, ਭੈਰੋਂ ਥਾਟ ਦੀ ਇਹ ਸੰਪੂਰਨ ਜਾਤੀ ਦੀ ਰਾਗਣੀ ਹੈ। ਸਵੇਰੇ ਦਿਨ ਚੜ੍ਹਨ ਤੋਂ ਲੈ ਕੇ ਸਾਧ ਸੰਗਤ ਜੀ ਇੱਕ ਪਹਿਰ ਤੱਕ, ਦਿਨ ਚੜੇ ਇੱਕ ਪਹਿਰ ਤੱਕ ਇਹਦੇ ਗਾਉਣ ਦਾ ਸਮਾਂ ਵਿਦਵਾਨ ਮਹਾਂਪੁਰਖਾਂ ਗੁਰਮੁਖਾਂ ਨੇ ਦੱਸਿਆ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ 18ਵਾਂ ਨੰਬਰ ਇਸ ਰਾਗਣੀ ਦਾ ਆਉਂਦਾ ਹੈ। ਸ੍ਰੀ ਰਾਗ ਤੋਂ ਲੈ ਕੇ ਜੇ ਆਪਾਂ ਗਣੀਏ ਤੇ 18 ਨੰਬਰ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਭੇਦ ਹੋਰ ਵੀ ਹਨ, ਜਿਵੇਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਬਾਣੀ ਓੰਕਾਰ, ਉੱਥੇ ਬਖਸ਼ਿਸ਼ ਕੀਤਾ ਹੈ ਰਾਮਕਲੀ ਦੱਖਣੀ। ਰਾਮਕਲੀ ਮਹੱਲਾ ਪਹਿਲਾ ਦੱਖਣੀ ਓੰਕਾਰ। ਓੰਕਾਰ ਬਾਣੀ ਦਾ ਨਾਮ ਹੈ। ਦੱਖਣੀ ਰਾਗਣੀ ਹੈ, ਕਿਉਂਕਿ ਦੱਖਣ ਦੇ ਵਿੱਚ ਨਰਮਦਾ ਦੇ ਕੰਢੇ ਤੇ ਓੰਕੇਸ਼ਵਰ ਤੀਰਥ ਜਿੱਥੇ ਹੈ, ਉੱਥੇ ਪਾਂਡਿਆਂ ਨੂੰ, ਵਿਦਵਾਨਾਂ ਨੂੰ, ਪੰਡਤਾਂ ਨੂੰ ਉਪਦੇਸ਼, ਵਿਦਵਾਨਾਂ ਨੂੰ ਆਪ ਜੀ ਨੇ ਬਖਸ਼ਿਸ਼ ਕੀਤਾ। ਦੱਖਣ ਦੇ ਵਿੱਚ ਉਚਾਰਨ ਕੀਤੀ, ਇਸ ਵਾਸਤੇ ਆਪ ਜੀ ਨੇ ਸਿਰਲੇਖ ਵਿੱਚ ਨਾਲ ਸਤਿਗੁਰਾਂ ਨੇ ਦੱਖਣੀ ਲਿਖਵਾਇਆ ਹੈ ਕਿ ਜਿਹੜੀ ਰਾਮਕਲੀ ਜਾਤੀ ਹੈ ਇਹ ਦੱਖਣੀ ਰਾਗ ਹੈ, ਜਿਸ ਵਿੱਚ ਸਾਹਿਬ ਗੁਰੂ ਰਾਮਦਾਸ ਜੀ ਬਖਸ਼ ਰਹੇ ਹਨ। ਇਹ ਉੱਤਰੀ ਰਾਗ ਹੈ। ਦਿਨ ਚੜ੍ਹਨ ਤੋਂ ਲੈ ਕੇ ਇੱਕ ਪੈਰ ਤੱਕ ਵਿਦਵਾਨਾਂ ਨੇ ਗਾਉਣ ਦਾ ਸਮਾਂ ਰੱਖਿਆ ਹੈ। ਰਾਮਕਲੀ ਮਹਾਰਾਜ ਜੀ ਕਹਿੰਦੇ ਸਫਲਾ ਹੈ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਿਆਇਆ ਜਾਵੇ, ਨਾਮ ਜਪਿਆ ਜਾਵੇ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ। ਭਾਈ ਜਿਹੜੇ ਸਤਿਗੁਰੂ ਸਾਹਿਬ ਜੀ ਹਨ, ਉਹ ਸਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਤ੍ਰਿਕਾਲ ਆਬਾਦਤਵੰ ਸਤਵੰ ਸਰੂਪ ਹੈ, ਜੋ ਮਰਨ ਤੇ ਜੰਮਣ ਤੋਂ ਰਹਿਤ ਹੈ, ਜੋ ਅਕਾਲ ਪੁਰਖ ਵਾਹਿਗੁਰੂ ਕਦੀ ਜੰਮਦਾ ਤੇ ਮਰਦਾ ਨਹੀਂ, ਜੋ ਸਤ ਹੈ, ਗੁਰ ਸਭ ਤੋਂ ਵੱਡਾ ਹੈ, ਜੋ ਦਾਤਾ ਹੈ। ਦੁਨੀਆ ਵਿੱਚ ਬੇਅੰਤ ਤਰ੍ਹਾਂ ਦੇ ਦਾਤੇ ਕਹੇ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਦੇ ਵਿੱਚ ਬਖਸ਼ਿਸ਼ ਕੀਤੀ ਹੈ, ਸਤਿਆ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ, ਦੇ ਦੇ ਮੰਗੈ ਸਹਸਾ ਗੁਣਾ, ਸੋਭ ਕਰੈ ਸੰਸਾਰ। ਕੁਝ ਦਾਤੇ ਨੇ ਦੁਨੀਆ ਨੂੰ ਮਦਦ ਦਿੰਦੇ ਹੈ, ਵਰੋਸਾਉਂਦੇ ਹੈ, ਇਹ ਸਮਝ ਕੇ ਕਿ ਪਰਮਾਤਮਾ ਵਾਹਿਗੁਰੂ ਸਤਿਗੁਰੂ ਗੁਰੂ ਰਾਮਦਾਸ ਜੀ ਸਾਨੂੰ ਦਿੰਦੇ ਹੈ, ਉਹਨਾਂ ਦਾ ਦਿੱਤਾ ਹੈ, ਤੇ ਇਸ ਵਾਸਤੇ ਆਪਣਾ ਕੀ ਹੈ। ਜਿਵੇਂ ਭੈਣ ਭਰਾਵਾਂ ਦੀ ਮਦਦ ਕਰੀਦੀ ਹੈ, ਇਸ ਤਰ੍ਹਾਂ ਦੂਸਰਿਆਂ ਦੀ ਮਦਦ ਕਰਦੇ ਹੈ। ਇੱਕ ਦਾਤੇ ਐਸੇ ਹੈ, ਸਤਿਆ ਮਨ ਸੰਤੋਖ ਉਪਜੈ, ਦੇਣਾ ਕੈ ਵਿਚਾਰ। ਇੱਕ ਦੇਣ ਦੇ ਵਿਚਾਰ ਵਿੱਚ ਲੱਗੇ ਰਹਿੰਦੇ ਕਿ ਅੱਜ ਇੰਨਾ ਦਿੱਤਾ ਹੈ, ਹੁਣ ਜਦੋਂ ਲੋੜ ਪਈ ਤੇ ਇੰਨਾ ਦੇਵਾਂਗੇ, ਜ਼ਿਆਦਾ ਦੀ ਸਮਰੱਥਾ ਨਹੀਂ ਸਾਡੇ ਪਾਸ। ਦੇ ਦੇ ਮੰਗੈ ਸਹਸਾ ਗੁਣਾ, ਕੋਈ ਦੇ ਕੇ ਹਜ਼ਾਰਾਂ ਗੁਣਾ ਵੱਧ ਮੰਗਦਾ। ਜਿਵੇਂ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸੇਵਾ ਥੋੜੀ ਮੰਗਨ ਬਹੁਤਾ, ਸੇਵਾ ਥੋੜੀ ਮੰਗਨ ਬਹੁਤਾ। ਸਿਮਰਨ ਭਗਤੀ ਸੇਵਾ ਜਿਹੜੀ ਕਰਨੀ ਉਹ ਬਹੁਤ ਥੋੜੀ ਹੈ, ਪਰ ਮੰਗਦਾ ਬਹੁਤ ਵੱਡਾ ਹੈ। ਪਰ ਘਰ ਦਾ ਪ੍ਰਬੰਧ ਹੁੰਦਾ ਨਹੀਂ, ਆਪਣੇ ਘਰ ਦਾ ਪ੍ਰਬੰਧ ਹੁੰਦਾ ਨਹੀਂ ਤੇ ਰਾਜ ਭਾਗ ਮੰਗਦਾ, ਕਿੱਥੋਂ ਮਿਲ ਜਾਏਗਾ। ਪਰਮਾਤਮਾ ਦੇ ਪਾਸੋਂ ਪਹਿਲਾਂ ਜੋਗ ਵਰ ਮੰਗੀਦਾ, ਜੋਗ ਵਾਹਿਗੁਰੂ ਬਣਾਉਂਦਾ ਹੈ, ਉਸ ਤੇ ਫਿਰ ਦਾਤ ਹੁੰਦੀ। ਇਸ ਵਾਸਤੇ ਹਜ਼ਾਰਾਂ ਗੁਣਾ ਵੱਧ ਮੰਗੀ ਜਾਣ। ਸੋਭ ਕਰੈ ਸੰਸਾਰ, ਕੁਝ ਐਸੇ ਨੇ ਜਿਹੜੇ ਮੰਗਦੇ ਨੇ, ਦਿੰਦੇ ਨੇ, ਮਦਦ ਕਰਦੇ ਨੇ ਮੰਗਣ ਵਾਲਿਆਂ ਦੀ, ਇਸ ਵਾਸਤੇ ਕਿ ਦੁਨੀਆ ਕਵੇ ਕਿ ਫਲਾਣਾ ਬੜਾ ਚੰਗਾ। ਬਹੁ ਗਿਣਤੀ ਸਾਧ ਸੰਗਤ ਜੀ ਆਪਾਂ ਐਸੇ ਹੀ ਕੈਟਾਗਰੀ ਵਿੱਚ ਆਉਂਦੇ ਆ। ਜੇ ਕਿਸੇ ਨੂੰ ਪੁੱਛੀਏ ਕਿ ਕਿਉਂ ਮੰਗਦਾ ਇਹਨਾਂ, ਆਪਣੇ ਆਪ ਨੂੰ ਤਾਂ ਰੋਟੀ ਸੌਖੀ ਮਿਲਦੀ ਆ ਜੀ, ਕੋਈ ਕਰਜ਼ਾ ਵੀ ਨਹੀਂ ਹੈਗਾ, ਪਰ ਦੁਖੀਆਂ ਨੂੰ ਵੇਖ ਕੇ ਦੁੱਖ ਆਉਂਦਾ ਹੈ ਕਿ 4 ਪੈਸੇ ਵੱਧ ਹੋਣ ਤੇ ਉਹਨਾਂ ਦੀ ਮਦਦ ਕੀਤੀ ਜਾਵੇ। ਕੀ ਤੂੰ ਦਾਤਾ ਹੈ, ਤੂੰ ਰੱਬ? ਕੀ ਸਾਰੀ ਸ੍ਰਿਸ਼ਟੀ ਨੂੰ ਦੇ ਸਕਦਾ ਹੈ? ਵਾਹਿਗੁਰੂ ਕਰਮ ਭਗਤਾ ਰਿਹਾ ਹੈ ਸਾਰਿਆਂ ਦੇ। ਇਹ ਆਪਣੇ ਹੰਕਾਰ ਨੂੰ ਜਣਾਉਣ ਵਾਸਤੇ ਸਾਡੀ ਵਾਸ਼ਨਾ ਹੈ ਸਾਧ ਸੰਗਤ ਜੀ। ਪਰ ਸਤਿਗੁਰੂ ਜੀ ਦਾਤੇ ਐਸੇ ਨਹੀਂ, ਉਹ ਬਹੁਤ ਵੱਡੇ ਹਨ। ਬਹੁਤਾ ਕਰਮ ਲਿਖਿਆ ਨਾ ਜਾਏ। ਕਰਮ ਦਾ ਅਰਥ ਹੁੰਦਾ ਹੈ ਬਖਸ਼ਿਸ਼। ਸੰਸਕ੍ਰਿਤ ਵਿੱਚ ਕਰਮ ਦਾ ਅਰਥ ਹੁੰਦਾ ਹੈ ਕੰਮ। ਪੰਜਾਬੀ ਵਿੱਚ ਕਰਮ ਦਾ ਅਰਥ ਹੁੰਦਾ ਹੈ ਲੇਖ। ਆਪਾਂ ਕਹਿ ਦਿੰਦੇ ਮੇਰੇ ਕਰਮਾਂ 'ਚ ਨਹੀਂ। ਅਰਬੀ ਦੇ ਵਿੱਚ, ਫਾਰਸੀ ਵਿੱਚ ਕਰਮ ਦਾ ਅਰਥ ਹੈ ਬਖਸ਼ਿਸ਼। ਬਹੁਤਾ ਕਰਮ ਲਿਖਿਆ ਨਾ ਜਾਏ। ਮੇਰੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਅੱਜ ਜੋਤੀ ਜੋਤ ਪੁਰਬ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ, ਐਸੇ ਹੀ ਸਤਿਗੁਰੂ ਹਨ। ਆਪ ਜੀ ਦਾ ਅਵਤਾਰ ਬਾਸਰ ਕੇ ਨਗਰ ਦੇ ਵਿੱਚ ਪਿਤਾ ਚੰਦਰਭਾਨ ਜੀ, ਮਾਤਾ ਲక్ష్ਮੀ ਜੀ ਅਥਵਾ ਸੁਲੱਖਣੀ ਜੀ ਵੀ ਕਹਿੰਦੇ ਹਨ। ਕਈ ਗੁਰਮੁਖ ਪਿਆਰੇ ਭਗਤ ਕੋਇਰ ਵੀ ਕਹਿ ਦਿੰਦੇ ਆ। ਉਹਨਾਂ ਦੇ ਗ੍ਰਹਿ ਵਿਖੇ ਆਪ ਜੀ ਦਾ ਅਵਤਾਰ ਹੋਇਆ ਹੈ। ਸਦਾ ਤੋਂ ਹੀ ਭਜਨ ਸਿਮਰਨ ਵਾਲੇ ਆਪ ਜੀ ਦਾ ਧਿਆਨ, ਸਦਾ ਹੀ ਗਰੀਬਾਂ ਦੀ ਮਦਦ, ਸੰਤੋਖੀ ਸਰਬ ਦੈਵੀ ਗੁਣਾਂ ਦੇ ਨਾਲ ਸੰਪੂਰਨ।
ਫਿਰ ਆਪ ਜੀ ਨੇ ਕੁਝ ਸਮਾਂ ਪੂਰੇ ਗੁਰੂ ਦੀ ਭਾਲ ਦੇ ਵਿੱਚ ਤੀਰਥ ਯਾਤਰਾ ਵੀ ਕੀਤੀ ਹੈ। ਇਹ ਆਪਾਂ ਨੂੰ ਇਸ਼ਾਰਾ ਮਿਲਦਾ ਹੈ ਸਾਧ ਸੰਗਤ ਜੀ, ਜਦੋਂ ਆਪਾਂ ਪ੍ਰਸੰਗ ਪੜ੍ਹਦੇ ਹਾਂ, ਸਾਧੂ ਪੁੱਛਦਾ ਹੈ ਕਿ ਤੁਹਾਡਾ ਗੁਰੂ ਕੌਣ ਹੈ, ਤਾਂ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਹਨ, ਮੈਂ 20 ਵਾਰ ਗੰਗਾ ਤੇ ਗਿਆ ਹਾਂ, ਹਰਿਦੁਆਰ, ਕਿਉਂਕਿ ਬਹੁਤ ਵੱਡਾ ਤੀਰਥ ਸਥਾਨ ਹੈ ਅੱਜ ਵੀ ਉਹ ਹਿੰਦੂ ਮਤ ਦਾ। ਜਿਵੇਂ ਆਪਣੇ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਰੇ ਕੋਈ ਤੀਰਥ ਨਹੀਂ, ਇਸ ਤਰ੍ਹਾਂ ਸਾਰੇ ਧਰਮਾਂ ਦੇ ਤੀਰਥ ਹਨ। ਉਹਨਾਂ ਜ਼ਮਾਨਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤਾਤ ਵਿੱਚ ਲੋਕ ਜਾਇਆ ਕਰਦੇ ਸਨ। ਸਾਧੂ ਮਹਾਤਮਾ ਮਹਾਂਪੁਰਸ਼ ਬੜੇ ਬੜੇ ਬੰਦਗੀ ਵਾਲੇ ਕੁੰਭ ਦੇ ਮੇਲਿਆਂ ਤੇ ਆਇਆ ਕਰਦੇ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ, ਮੈਂ ਇਸੇ ਵਾਸਤੇ ਹੀ ਗਿਆ, ਪਰ ਮੈਨੂੰ ਪੂਰਾ ਗੁਰੂ ਨਹੀਂ ਮਿਲਿਆ। ਉਹ ਸਾਧੂ ਬੜਾ ਸ਼ੁਭ ਕਰਮੀ, ਬੈਰਾਗੀ, ਤਿਆਗੀ, ਬੜਾ ਸਿਦਕ ਵਾਲਾ ਸੀ। ਉਹ ਕਹਿੰਦਾ, ਹੈ ਤੂੰ ਨਿਗੁਰਾ ਹੈ, ਮੈਂ ਤੇ ਬਹੁਤ ਜ਼ਿਆਦਾ ਪ੍ਰੇਮਾ ਭਗਤੀ ਦੇ ਪਰਮਾਤਮਾ ਦੇ ਸ਼ਰਧਾ ਵਾਲੇ ਬੋਲ ਸੁਣ ਕਰਕੇ ਸੋਚਿਆ ਕਿ ਤੂੰ ਗੁਰੂ ਵਾਲਾ ਹੋਏਗਾ। ਮੇਰੀ ਮਾੜੀ ਕਿਸਮਤ, ਜਿਸ ਨਿਜਮ ਨੂੰ ਮੈਂ ਸਾਰੀ ਉਮਰ ਰੱਖਿਆ, ਉਹ ਨਿਜਮ ਮੇਰਾ ਟੁੱਟ ਗਿਆ, ਨਗੁਰੇ ਦੇ ਹੱਥੋਂ ਖਾਧਾ। ਬਹੁਤ ਮਾੜੀ ਕਿਸਮਤ। ਦੁਖੀ ਹੋ ਕੇ ਚਲੇ ਗਿਆ। ਮਹਾਰਾਜ ਜੀ ਬਹੁਤ ਰੋਕਦੇ ਰਹੇ ਕਿ ਸਵੇਰੇ ਤੜਕੇ ਚਲੇ ਜਿਓ, ਪਰ ਨਹੀਂ ਰੁਕੇ। ਐਸੀ ਹਿਰਦੇ ਨੂੰ ਠੇਸ, ਸਾਰੀ ਰਾਤ ਨੀਂਦ ਨਹੀਂ ਆਈ। ਧੰਨ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ। ਭੈਣੋ, ਬੀਬੀਆਂ ਦਾ ਜੀਵਨ ਕਿਹੋ ਜਿਹਾ ਚਾਹੀਦਾ ਹੈ, ਸੇਧ ਇੱਥੋਂ ਲੈਣੀ ਚਾਹੀਦੀ ਸਾਨੂੰ। ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਜਪ ਦਾ ਪਾਠ ਕੀਤਾ ਹੈ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਕਰਤਾਰਪੁਰ ਸਾਹਿਬ ਵਿੱਚ ਆਏ ਹੈ ਨਾ, ਫਿਰ ਬਾਬਾ ਆਇਆ ਕਰਤਾਰਪੁਰ, ਮੰਜੀ ਬੈਠ ਕੀਆ ਅਵਤਾਰਾ। ਉਹਦੇ ਵਿੱਚ ਆਪ ਜੀ ਕਹਿੰਦੇ ਆ, ਸੰਜੈ ਸੋਦਰ ਗਾਵਣਾ, ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਪਜੀ ਸਾਹਿਬ ਪੜ੍ਹਨ ਦੀ ਮਰਿਆਦਾ ਹੈ। ਸ਼ਾਮ ਨੂੰ ਸੋਦਰ, ਇਸ਼ਾਰਾ ਦਿੱਤਾ ਹੈ ਸਾਨੂੰ, ਜਪ ਦਾ ਪਾਠ ਕੀਤਾ ਹੈ। ਸਾਧ ਸੰਗਤ ਜੀ, ਬਾਣੀ ਕੰਨਾਂ ਵਿੱਚ ਪੈਣੀ ਸ਼ੁਰੂ ਹੋਈ। ਜਿਵੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਕਿਰਪਾ ਕਰਕੇ ਮਹਿਮਾ ਸਮਝਾਉਂਦੇ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਜਲਨ 부ਜੀ ਸੀਤਲ ਹੋਏ ਮਨੂਆ। ਸੀਤਲ ਹੋ ਰਿਹਾ, ਠੰਡ ਪੈ ਰਹੀ, ਪਰ ਉਸ ਸਮੇਂ ਦਾ ਰਿਵਾਜ ਸੀ, ਵੱਡੇ ਕਦੀ ਵੀ ਨਿੱਕੀਆਂ ਧੀਆਂ ਜਿਹੜੀਆਂ ਨੂੰਹਾਂ, ਉਹਨਾਂ ਦੇ ਮੱਥੇ ਨਹੀਂ ਸੀ ਲੱਗਿਆ ਕਰਦੇ, ਪਰਦਾ ਰੱਖਿਆ ਕਰਦੇ ਸੀ ਬਹੁਤ ਜ਼ਿਆਦਾ। ਮਹਾਰਾਜ ਜੀ ਓਲੇ ਖੜ ਕੇ, ਓਲੇ ਖਲੋ ਕੇ ਥੰਮਦੇ ਬਾਣੀ ਸੁਣ ਰਹੇ। ਚਲਦਿਆਂ ਚਲਦਿਆਂ ਸ਼ਬਦ ਸ਼ੁਰੂ ਹੋ ਗਿਆ, ਮਾਰੂ ਮਹੱਲਾ ਪਹਿਲਾ, ਘਰ ਦੂਜਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਦੋਂ ਇਹ ਸਰਵਣ ਕੀਤਾ ਸ਼ਬਦ, ਇਸ ਤਰ੍ਹਾਂ ਲੱਗਾ ਕਿ ਮੇਰੇ ਵਾਸਤੇ ਉਚਾਰਨ ਕੀਤਾ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤ ਓ ਦੇਵੈ, ਤਾਂ ਨਾਨਕ ਤ੍ਰਿਸ਼ਟ ਸਦੇਹਾ। ਜੇ ਕਿਤੇ ਗੁਰੂ ਤਰੁੱਠ ਕਰਕੇ ਇੱਕ ਨਾਮ ਰੂਪੀ ਅੰਮ੍ਰਿਤ ਦੀ ਬੂੰਦ ਗੁਰਮੰਤਰ ਦੇ ਰਾਹੀਂ ਪਿਆ ਦੇਵੇ, ਇਹ ਮਨੂਰ, ਜਿਵੇਂ ਲੋਹਾ ਗਲ ਜਾਂਦਾ ਹੈ ਜੰਗਾਲ ਲੱਗ ਕੇ, ਇਹ ਜੋ ਸਰੀਰ ਬੁਢੇਪੇ ਵਿੱਚ ਜਾ ਕੇ ਤੇ ਕਮਜ਼ੋਰ ਸਿਥਲ ਹੋ ਰਿਹਾ ਹੈ, ਇਹ ਫਿਰ ਕੰਚਨਵਤ ਸੁੱਧ ਹੋ ਕੇ ਬ੍ਰਹਮ ਵਿੱਚ ਜੁੜ ਸਕਦਾ। ਬੇਨਤੀ ਕੀਤੀ, ਧੀਏ ਬਾਣੀ ਖੇਦੀ ਹੈ। ਪਹਿਲਾਂ ਕੁਝ ਝਿਜਕੇ, ਪਰ ਜਿਵੇਂ ਗੁਰੂ ਘਰ ਦੀ ਮਰਿਆਦਾ ਹੈ, ਸਾਹਿਬ ਗੁਰੂ ਰਾਮਦਾਸ ਪਿਤਾ ਸਤਿਗੁਰੂ ਜੀ ਨੇ ਸਾਨੂੰ ਇਹ ਦਰਸਾਈ ਹੈ। ਪਰ ਪਹਿਲੇ ਸਰੂਪ ਦੇ ਵੇਲੇ ਹੀ ਸੀ ਕਿ ਆਪ ਵੀ ਜਪਣਾ ਹੈ, ਦੂਜਿਆਂ ਨੂੰ ਵੀ ਜਪਣਾ। ਸਾਹਿਬ ਗੁਰੂ ਰਾਮਦਾਸ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਜਦੋਂ ਗੁਰਮਤਿ ਦਾ ਉਪਦੇਸ਼, ਗੁਰਮਤਿ ਦ੍ਰਿੜ ਕਰਾਈ ਹੈ ਨਾ, ਉਸ ਸਮੇਂ ਸ਼ਬਦ ਉਚਾਰਿਆ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੇ।
ਇਹਦੇ ਵਿੱਚ ਬਚਨ ਕਰਦੇ ਨੇ, ਜਨ ਨਾਨਕ ਧੂੜ ਮੰਗਾ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵ। ਬੀਬੀ ਅਮਰੋ ਜੀ ਹੱਥ ਜੋੜ ਕੇ ਮੱਥਾ ਟੇਕ ਕੇ, ਕਿਉਂਕਿ ਸਹੁਰੇ ਅਸਥਾਨ ਹਨ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਕੇ ਭਤੀਜੇ ਜੱਸੂ ਜੀ ਦੀ ਸੁਪਤਨੀ ਹੈ, ਛੋਟੇ ਭਰਾ ਦੀ ਨੂੰਹ ਹੈ। ਨਮਸਕਾਰ ਕੀਤੀ ਤੇ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਬਾਣੀ। ਧੀਏ ਕਿੱਥੇ ਨੇ? ਜੋਤੀ ਜੋਤ ਸਮਾ ਗਏ ਹਨ, ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਡੇ ਪਿਤਾ ਜੀ ਨੂੰ ਸਤਿਗੁਰੂ ਸਥਾਪਿਤ ਕਰਕੇ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨਾਉ ਦੇ ਕੇ ਗੁਰਤਾ ਗੱਦੀ ਤੇ ਸਥਾਪਿਤ ਕਰਕੇ ਜੋਤੀ ਜੋਤ ਉਹਨਾਂ ਵਿੱਚ ਹੀ ਸਮਾ ਗਏ। ਜੋਤ 오ਹਾ ਜੁਗਤ ਸਾਇਸ ਹੈ ਕਾਇਆ ਫੇਰ ਪਲਟੀਏ। ਗੁਰਸਿੱਖੋ ਅੱਜ ਸਾਡਾ ਇਹ ਸਿਦਕ ਥਿੜਕ ਗਿਆ। ਅਸੀਂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਪੂਰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਸਰੂਪ ਪ੍ਰਤੱਖ ਨਹੀਂ ਸਮਝਦੇ। ਇੱਕ ਗੁਰਮੁਖ ਗੁਰਸਿੱਖ ਬੜੇ ਨਾਮ ਜਪਣ ਵਾਲੇ ਹੈ, ਉਹ ਗੁਰੂ ਘਰ ਦੇ ਵਜ਼ੀਰ ਵੀ ਕਹਿੰਦਾ ਮੇਰੇ ਮਨ 'ਚ ਬੜਾ ਵਿਰਾਗ ਆਉਣਾ, ਪ੍ਰੇਮ ਨਾਲ ਅਰਦਾਸ ਬੇਨਤੀ ਕਰਨੀ ਕਿ ਧੰਨ ਗੁਰੂ ਨਾਨਕ ਦੇਵ ਜੀ ਦਰਸ਼ਨ ਦਿਓ। ਆ ਥੋੜੇ ਚਿਰ ਦੀ ਹੁਣ ਦੀ ਗੱਲ ਹੈ। ਕਹਿੰਦੇ ਇੱਕ ਦਿਨ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼, ਉਹ ਮਹਾਂਪੁਰਖਾਂ ਨੇ ਕਿਹਾ ਕਿ ਕਿਹੜੇ ਗੁਰੂ ਦੇ ਦਰਸ਼ਨ ਮੰਗਦਾ ਹੈ? ਜਿਹਦੀ ਦਿਨ ਰਾਤ ਸੇਵਾ ਕਰਦਾ, ਇਹੋ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਤੱਖ ਸਰੂਪ ਹੈ। ਹੋਰ ਕਿਹਦੇ ਦਰਸ਼ਨ ਚਾਹੁੰਦਾ ਹੈ ਗੁਰਸਿੱਖਾ? ਇਹੋ ਹੀ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਹੈ। ਆਪਾਂ ਪੜ੍ਹਦੇ ਹਾਂ ਦੋਹਰਾ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮੈਂ ਲੈ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤਾ। ਭਾਈ ਹਰ ਸਿੰਘ ਜੀ ਜੋ ਮਹਾਰਾਜ ਜੀ ਦੀ ਡਾਇਰੀ ਲਿਖਿਆ ਕਰਦੇ ਸੀ, ਉਹਨਾਂ ਲਿਖ ਲਿਆ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਸ਼ ਕਹਿੰਦੇ ਅਸੀਂ ਅੱਖੀਂ ਵੇਖੀ ਉਹ ਪੋਥੀ ਹਜੂਰ ਸਾਹਿਬ, ਹੁਣ ਪਤਾ ਨਹੀਂ ਕਿੱਥੇ। ਕਹਿੰਦੇ ਅਸੀਂ ਦਰਸ਼ਨ ਕੀਤੇ, ਉਹਦੇ ਵਿੱਚ ਲਿਖਿਆ ਸੀ। ਸਾਧ ਸੰਗਤ ਜੀ, ਜਿਹੜੇ ਪ੍ਰਤੱਖ ਸਰੂਪ, ਪ੍ਰਤੱਖ ਭਰੋਸਾ ਤੇ ਨਿਸ਼ਚਾ ਰੱਖਦੇ ਆ, ਉਹਨਾਂ ਦੀ ਜ਼ੁਬਾਨੋਂ ਨਿਕਲੇ ਹੋਏ ਬਚਨ ਕਿੰਨਾ ਅਸਰ ਕਰਦੇ ਆ। ਮੈਂ ਇਸ ਵਾਸਤੇ ਥੋੜੀ ਜੀ ਬੇਨਤੀ ਕੀਤੀ ਆਪ ਜੀ ਨੂੰ ਕਥਾ ਵਿੱਚੋਂ ਲੰਬੇ ਜਾ ਕੇ। ਬੀਬੀ ਅਮਰੋ ਜੀ ਜਿਹੜੇ ਆਪਣੇ ਪਿਤਾ ਨੂੰ ਹੁਣ ਧੰਨ ਗੁਰੂ ਨਾਨਕ ਦੇਵ ਜੀ ਸਰੂਪ ਕਰਕੇ ਜਾਣਦੇ ਆ, ਕਹਿੰਦੇ ਉਹ ਗੁਰਤਾ ਗੱਦੀ ਦੇ ਮਾਲਿਕ ਆ। ਐਸੇ ਬੋਲ ਹਿਰਦੇ ਨੂੰ ਠੰਡ ਪਾਏ, ਕਹਿੰਦੇ ਧੀਏ ਚੱਲ ਲੈ ਚੱਲ। ਫਿਰ ਅੱਜ ਤੇ ਨਿੱਕੀ ਗੱਲ ਤੋਂ ਨਾਰਾਜ਼ ਹੁੰਦੀਆਂ, ਫੋਨਾਂ ਤੇ ਸਭ ਗੱਲਾਂ ਝੋਲਾ ਚੁੱਕਦੀਆਂ ਘਰ ਨੂੰ ਤੁਰ ਜਾਂਦੀਆਂ। ਨਾ ਮਾਂ-ਬਾਪ ਕਹਿੰਦੇ, ਸਿਆਣੇ ਮਾਂ-ਬਾਪ ਕਹਿੰਦੇ ਧੀਏ ਖਬਰਦਾਰ ਕਦੀ ਰੁੱਸ ਕੇ ਤੇ ਝਗੜ ਕੇ ਨਹੀਂ ਆਉਣਾ, ਖੁਸ਼ੀ ਨਾਲ 100 ਵਾਰੀ ਆਈ। ਸਿਆਣੇ ਮਾਂ-ਬਾਪ ਇਹ ਧੀ ਨੂੰ ਜ਼ਰੂਰ ਕਹਿੰਦੇ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਕਿਹਾ ਨਾ ਧੀਏ ਲੈ ਚੱਲ, ਅੱਖਾਂ ਵਿੱਚ ਬੈਰਾਗ ਦੇ ਹੰਝੂ ਨੇ, ਕਿਉਂਕਿ ਇੱਕ ਪਿਤਾ ਜੀ ਨੇ, ਇੱਕ ਸਤਿਗੁਰੂ ਨੇ। ਇਸ ਵਾਸਤੇ ਕਹਿਣ ਲੱਗੇ ਕਿ ਮੇਰੇ ਸਤਿਗੁਰੂ ਪਿਤਾ ਦਾ ਹੁਕਮ ਹੈ, ਪਿਤਾ ਜੀ ਜਿੰਨੇ ਚਿਰ ਬੁਲਾਈਏ ਨਾ ਆਉਣਾ ਨਹੀਂ ਹੈ ਤੂੰ, ਜਿੰਨੇ ਚਿਰ ਬੁਲਾਈਏ ਨਾ ਪੇਕੇ ਨਹੀਂ ਆਉਣਾ। ਤੇ ਸਾਹਿਬ ਗੁਰੂ ਅਮਰਦਾਸ ਜੀ ਕਹਿੰਦੇ ਧੀਏ ਮੈਂ ਵੀ ਤੇ ਪਿਤਾ ਹੀ ਹਾਂ, ਮੈਂ ਉਹਨਾਂ ਦੇ ਚਰਨ ਫੜ ਕੇ ਮਾਫੀ ਮੰਗ ਲਵਾਂਗਾ ਜੇ ਕੁਝ ਕਹਿਣਗੇ। ਮੈਂ ਵੀ ਧੀਏ ਪਿਤਾ ਹੀ ਹਾਂ, ਲੈ ਚੱਲ। ਸਵਾਸਾਂ ਦਾ ਕੋਈ ਪਤਾ ਨਹੀਂ, ਤਿਆਰ ਹੋਏ ਲੈ ਕੇ ਪਹੁੰਚੇ ਹੈ। ਮਨ ਵਿੱਚ ਸ਼ੰਕਾ ਸੀ, ਇਸ ਵਾਸਤੇ ਨਗਰ ਤੋਂ ਬਾਹਰ ਪਿੱਪਲ ਦੇ ਥੱਲੇ ਕਹਿੰਦੇ ਪਿਤਾ ਜੀ ਆਪ ਜੀ ਇੱਥੇ ਰੁਕੋ, ਮੈਂ ਫਿਰ ਵੀ ਆਗਿਆ ਲੈ ਆਵਾਂ। ਜਦੋਂ ਗਏ ਤੇ ਮਹਾਰਾਜ ਜੀ ਵੇਖ ਕੇ ਹੱਸ ਕੇ ਕਹਿਣ ਲੱਗੇ ਧੀਏ ਤੈਨੂੰ ਤੇ ਕਿਹਾ ਸੀ ਬਿਨਾਂ ਬੁਲਾਏ ਆਉਣਾ ਨਹੀਂ, ਜੇ ਆਈ ਹੈ ਤੇ ਜਿਹਨੂੰ ਨਾਲ ਲੈ ਕੇ ਆਈ ਹੈ ਤੇ ਬਾਹਰ ਕਿਉਂ ਖੜੀ ਕਰ ਆਈ। ਉਸੇ ਵੇਲੇ ਚਰਨਾਂ ਤੇ ਨਮਸਕਾਰ ਕੀਤੀ ਤੇ ਛੇਤੀ ਨਾਲ ਭੱਜ ਕੇ ਗਏ ਤੇ ਲੈ ਕੇ ਆ ਗਏ।
ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਰਿਸ਼ਤੇਦਾਰੀ ਦਾ ਸੰਬੰਧ ਰੱਖਦੇ ਹੋਏ ਕੁੜਮ ਰੂਪ ਜਾਣ ਕੇ ਉੱਠ ਕੇ ਜੱਫੀ ਵਿੱਚ ਲੈਣ ਲੱਗੇ, ਹੱਥ ਜੋੜ ਲਏ, ਇੱਕਦਮ ਪਛਾਣ ਹੋ ਗਏ। ਸਤਿਗੁਰੂ ਜੀ, ਅੱਜ ਮੈਂ ਸੇਵਕ ਬਣ ਕੇ ਆਇਆ, ਮੈਂ ਰਿਸ਼ਤੇਦਾਰ ਨਹੀਂ ਬਣ ਕੇ। ਅਸੀਂ ਗੁਰਦੁਆਰੇ ਜਾਂਦੇ ਆ, ਕੋਈ ਗਿਆਨੀ ਬਣ ਕੇ ਜਾਂਦਾ ਹੈ, ਕੋਈ ਪ੍ਰਧਾਨ ਬਣ ਕੇ ਜਾਂਦਾ ਹੈ, ਕੋਈ ਮੈਂਬਰ ਬਣ ਕੇ ਜਾਂਦਾ ਹੈ, ਕੋਈ ਅਮੀਰ ਬਣ ਕੇ ਜਾਂਦਾ ਹੈ, ਕੋਈ ਕੁਛ ਬਣ ਕੇ ਜਾਂਦਾ। ਗੁਰਮੁਖੋ, ਆਪਾਂ ਸਿੱਖ ਬਣ ਕੇ, ਸੇਵਕ ਬਣ ਕੇ ਨਹੀਂ ਜਾਂਦੇ। ਦਾਤਾ, ਮੈਂ ਅੱਜ ਸੇਵਕ ਬਣ ਕੇ ਆਇਆ, ਮੈਂ ਕੁੜਮ ਬਣ ਕੇ ਨਹੀਂ ਆਇਆ। ਮਹਾਰਾਜ ਜੀ ਪਛਾਣ ਹੋ ਗਏ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠ ਗਏ। ਜਪੀ ਨਹੀਂ ਪਾਈ। ਫਿਰ ਉਹਨਾਂ ਨੇ ਚਰਨਾਂ ਤੇ ਨਮਸਕਾਰ ਕੀਤੀ। ਸਾਹਿਬ ਗੁਰੂ ਅਮਰਦਾਸ ਜੀ ਨੇ ਲੰਗਰ ਦੇ ਵਿੱਚ ਸੇਵਾ ਕਰਨ ਦਾ ਹੁਕਮ ਹੋਇਆ। ਅਸੀਂ ਲੰਗਰ ਦੀ ਸੇਵਾ ਤੋਂ ਭੱਜਦੇ ਹਾਂ। ਅੱਜ ਸਾਡੇ ਕੋਲ ਪੈਸੇ ਚਾਰ ਜ਼ਿਆਦਾ ਆ ਗਏ। ਵਿਣ ਸੇਵਾ ਫਲ ਕਬਹੁ ਨ ਪਾਸ, ਸੇਵਾ ਕਰਨੀ ਸਾਰੀ। ਹਸਤੀ ਸਿਰ ਜੋ ਅੰਕੁਸ਼ ਹੈ। ਪਿਤਾ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਤੇ ਬੈਠ ਕੇ ਕਿਹਾ, ਸੇਵਾ ਦਾ ਫਲ ਕੀ ਹੈ? ਹਸਤੀ ਸਿਰ ਜੋ ਅੰਕੁਸ਼ ਹੈ, ਆਹਰਣ ਜੋ ਸਿਰ ਦੇ, ਮਨ ਤਨ ਆਗੇ ਰਾਖ ਕੈ, ਉਬੀ ਸੇਵ ਕਰੇ, ਇਹ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਰੌਲਾ ਪਾਇਆ ਰਾਜ ਨਹੀਂ ਮਿਲਣਾ। ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਰੋਜ਼ ਕਹਿੰਦੇ ਨੇ, ਜੋਰ ਨਾ ਰਾਜ ਮਾਲ ਮਨ ਸੋਰ। ਮਨ ਦਾ ਰੌਲਾ ਰੁਪਈਆ ਸ਼ੋਰ ਹੀ ਹੈ। ਰਾਜ ਮਿਲਣਾ ਹਸਤੀ ਸਿਰ ਜੋ ਅੰਕੁਸ਼ ਹੈ। ਅੰਦਰ ਦਾ ਰਾਜ, ਮਨ ਦੇ ਉੱਤੇ ਰਾਜ ਕਰਨਾ ਤਾਂ ਵੀ ਇਦਾਂ ਹੀ ਮਿਲਣਾ, ਤੇ ਜੇ ਬਾਹਰਲਾ ਕਰਨਾ ਤਾਂ ਵੀ ਇਦਾਂ ਹੀ ਮਿਲਣਾ, ਉਦਾਂ ਨਹੀਂ ਮਿਲਣਾ। ਮਹਾਰਾਜ ਜੀ ਨੇ ਸੇਵਾ ਕੀਤੀ, ਸਾਨੂੰ ਦੱਸਿਆ। ਮੇਰੇ ਮਨ 'ਚ ਆਉਂਦਾ ਹੈ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਵਚਨ ਸਦਾ ਸਦੀਵੀ ਸੱਚ ਹੈ। ਸ੍ਰੀ ਰਾਗ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਦੇਵ ਜੀ ਦੇ ਬਚਨ ਹੈ। ਉਹਨਾਂ ਵਿੱਚੋਂ ਆਪ ਜੀ ਪੜੋ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕਈ ਵਾਰੀ ਕਹਿੰਦੇ ਆ ਗੁਰੂ ਸਾਹਿਬ ਜੀ ਪ੍ਰੀਖਿਆ ਵਿੱਚ ਪਾਸ ਹੋ ਗਏ। ਕਈ ਮੇਰੇ ਵੀਰ ਪ੍ਰਚਾਰਕ ਗੁਰਮੁਖੇ ਗੱਲਾਂ ਕਹਿੰਦੇ, ਮੈਂ ਨਹੀਂ ਕਹਿੰਦਾ ਗਲਤ, ਪਰ ਮੇਰਾ ਮਨ ਕਹਿੰਦਾ ਹੈ ਕਿ ਗੁਰੂ ਸਾਹਿਬ ਇਸ ਵਾਸਤੇ ਨਹੀਂ ਭੁੱਲੇ ਕਿਉਂਕਿ ਉਹ ਗੁਰੂ ਕਰਤਾਰ ਨੇ। ਸਿੱਖ ਭੁੱਲ ਗਏ, ਪੁੱਤਰ ਭੁੱਲ ਗਏ। ਬਾਬਾ ਸ੍ਰੀ ਚੰਦ ਜੀ ਪੁੱਤਰ ਰੂਪ ਵੀ ਹੈ ਤੇ ਸਿੱਖ ਰੂਪ ਵੀ। ਭੁਲੇਖਾ ਖਾ ਗਿਆ ਕਿ ਸ਼ਾਇਦ ਪਿਤਾ ਦੀ ਜਾਇਦਾਦ ਸਾਡੀ ਹੈ। ਇਹੋ ਹੀ ਗੱਲਾਂ ਵੇਖ ਕਰਕੇ ਭਗਤ ਰਵਿਦਾਸ ਸਾਹਿਬ ਜੀ ਵਰਗੇ ਮਹਾਂਪੁਰਖ ਗੁਰਮੁਖ ਬ੍ਰਹਮ ਗਿਆਨੀ ਕਹਿੰਦੇ, ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਧੰਨ ਗੁਰੂ ਨਾਨਕ ਦੇਵ ਜੀ, ਤੂੰ ਕਿਸੇ ਦੇ ਪਿਓ ਦਾ ਨਹੀਂ, ਕਿਸੇ ਦਾ ਨਹੀਂ। ਬਾਬਾ ਸ੍ਰੀ ਚੰਦ ਜੀ ਕਹਿੰਦੇ, ਮੇਰਾ ਪਿਓ ਹੈ, ਮੇਰਾ ਪਿਤਾ। ਗੱਲ ਬਿਲਕੁਲ ਸੱਚੀ ਹੈ। ਅਸੀਂ ਉਹਨਾਂ ਦੀ ਚਰਨ ਧੂੜ ਵਰਗੇ ਨਹੀਂ। ਬਾਬਾ ਸ੍ਰੀ ਚੰਦ ਜੀ ਵਰਗਾ ਦੁਨੀਆ ਵਿੱਚ ਸਿੱਖ ਪ੍ਰਚਾਰਕ ਨਹੀਂ ਗੁਰਮਤਿ ਦਾ ਪ੍ਰਚਾਰ ਕਰਨ ਵਾਲਾ। ਸਾਡੀਆਂ ਗਲਤੀਆਂ ਹਨ, ਸਮਾਂ ਨਹੀਂ ਹੈ। ਅਸੀਂ ਐਵੇਂ ਦੂਜਿਆਂ ਨੂੰ ਦੇਈ ਜਾ ਰਹੇ ਹਾਂ। ਸਿਰ ਤੇ ਛੋਟੀ ਦਸਤਾਰ, ਗਲ ਦੇ ਵਿੱਚ ਪੂਰਨ ਕੱਪੜੇ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਥਾਨ ਸਥਾਪਿਤ ਕੀਤੇ, ਧਰਮਸ਼ਾਲਾ ਬਣਾਈਆਂ, ਸਾਰਿਆਂ ਦੀ ਸੰਭਾਲ ਬਾਬਾ ਸ੍ਰੀ ਚੰਦ ਜੀ ਨੇ ਕੀਤੀ। ਕੱਪੜੇ ਪਹਿਨਦੇ ਸਨ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਸੇਵਾ ਸਾਨੂੰ ਕਰਕੇ ਦੱਸੀ ਹੈ। ਜਿਵੇਂ ਬਲੈਕ ਬੋਰਡ ਦੇ ਉੱਤੇ ਟੀਚਰ ਲਿਖਦਾ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 11ਵੇਂ ਸਾਲ ਦੇ ਵਿੱਚ ਦਸਤਾਰ ਬਖਸ਼ ਦਿੱਤੀ ਹੈ। ਬਚਨ ਕੀਤਾ, ਪੁਰਖਾ ਆਪਣਾ ਨਗਰ ਵਸਾ, ਪਰਿਵਾਰ ਨੂੰ ਵਸਾ। ਗੁਰਤਾ ਗੱਦੀ ਆਪ ਜੀ ਨੂੰ ਅਰਪਣ ਕਰ ਦਿੱਤੀ ਹੈ 12ਵੇਂ ਸਾਲ ਦੇ ਵਿੱਚ। ਗੋਇੰਦਵਾਲ ਸਾਹਿਬ ਜੀ ਦੇ ਵਿੱਚ ਆਪ ਜੀ ਬਖਸ਼ਿਸ਼ ਕਰ ਰਹੇ। ਵੱਡੇ ਸਤਿਗੁਰੂ ਨੇ। ਜੇ ਕਿਸੇ ਨੇ ਈਰਖਾ ਗੁੱਸੇ ਵਿੱਚ ਆ ਕੇ ਗੁਰੂ ਪੁੱਤਰ ਨੇ ਲੱਤ ਵੀ ਮਾਰੀ ਹੈ, ਗੁੱਸਾ ਨਹੀਂ ਕੀਤਾ। ਚਰਨ ਫੜ ਕੇ ਕਹਿਣ ਲੱਗੇ, ਮੇਰਾ ਸਰੀਰ ਬੜਾ ਕਠੋਰ ਹੈ। ਬਾਬਾ ਮੋਹਨ ਜੀ, ਬਾਬਾ ਮੋਰੀ ਜੀ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ ਦਿਨ ਰਾਤ ਸੇਵਾ ਕਰਦੀਆਂ। ਮਾਤਾ ਮਨਸਾ ਦੇਵੀ ਜੀ ਦਿਨ ਰਾਤ ਲੰਗਰਾਂ ਦੀ ਸੇਵਾ ਕਰਦੇ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੀ, ਪਿਤਾ ਜੀ ਨੇ ਘੁੰਗਣੀਆਂ ਵੇਚਣ ਭੇਜਿਆ ਸੀ। ਸੰਗਤ ਨੂੰ ਸਾਰੀਆਂ ਵਰਤਾਏ ਝਿੜਕਿਆ, ਜਿਸ ਕਰਕੇ ਹਿਰਦਾ ਬੜਾ ਦੁਖੀ ਹੋ ਗਿਆ। ਦਿਆਲੂ ਕਿਰਪਾਲੂ ਬੜੇ ਸਨ ਸ਼ੁਰੂ ਤੋਂ ਹੀ। ਸੰਗਤ ਦੇ ਨਾਲ ਮਿਲ ਕੇ ਹੀ ਗੋਇੰਦਵਾਲ ਸਾਹਿਬ ਆ ਗਏ।
दिन रात सेवा करते हैं। एक दिन माता जी कहन लगे अपनी भानी जवान हो गई है, आनंद कारज करिए, विआह करिए। कहन लगे किहो जिहा पुत्र चाहिए? सामने तुरे आए सा, कहते ऐसा, कहते इहो जिहा ते इहो ही। बुलाया, पुछया, चिट्ठी पाई माता पिता नूं, गुर प्रताप सूरज ग्रंथ पुरातन इतिहास पढ़ो। माता पिता नूं बुलाया, रिश्ता कर दिता, आनंद कारज कर दिता। बाकी संबंधी सब वापस चले गए, आप जी इत्थे ही रहे। साहिब गुरु अमरदास सच्चे पातशाह जी दिन रात बख्शा कर रहे, मेहर कर रहे। बीबीओ बलिहार जाया करो। ਜਿਉਂਦਿਆਂ ਨੂੰ ਸਾੜ ਦਿੰਦੇ ਸਨ ਜਦੋਂ ਪਤੀ ਚੜਾਈ ਕਰਦਾ ਸੀ। ਇਹ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਉਹ ਕਹਿਣ ਲੱਗੇ ਸਤੀਆਂ ਇਹ ਨਾ ਆਖੀਆਂ ਜੇ ਮੜਿਆ ਲੱਗ ਜਲਨ। ਉਹ ਸਤੀਆਂ ਨਹੀਂ ਜਿਹੜੀਆਂ ਚਿਖਾ ਚ ਸੜਦੀਆਂ ਨੇ, ਸਤੀਆਂ ਉਹ ਹਨ ਜਿਹੜੇ ਬਿਰਹੇ ਦੀ ਸੱਟ ਵਿੱਚ ਹੀ ਚੜਾਈ ਕਰ ਜਾਂਦੀਆਂ ਜਾਂ ਸਰੀਰ ਕਰਕੇ ਤਿਆਰ ਬਰ ਤਿਆਰ ਰਹਿੰਦੀਆਂ ਹੋਈਆਂ ਸਬਰ ਸੰਤੋਖ ਵਿੱਚ ਆਪਣੇ ਧੀਆਂ ਪੁੱਤਰਾਂ ਨੂੰ ਪਾਲ ਕੇ ਲਾਇਕ ਬਣਾਉਂਦੀਆਂ, ਉਹ ਸਤੀਆਂ ਨੇ। ਧਨ ਪਿਰ ਇਹ ਨਾ ਆਖੀਆਂ ਜੇ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਉਹ ਧੰਤਾ ਜੋਗ ਬੀਬੀਆਂ ਨੇ ਜਿਨ੍ਹਾਂ ਦੀ ਅਕਲ, ਜਿਨ੍ਹਾਂ ਦੀ ਆਤਮਾ ਇੱਕ ਹੋ ਗਈ ਹੈ, ਉਹ ਧੰਤਾ ਜੋਗ ਨੇ, ਉਹ ਸਤੀਆਂ ਨੇ। ਵਿਧਵਾ ਵਿਵਾਹ ਧੰਨ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਹੈ। ਧੀਓ ਮੇਰੀਓ ਭੈਣੋ ਸ਼ੁਕਰ ਕਰਿਆ ਕਰੋ, ਸਿਰ ਨੰਗੇ ਨਾ ਫਿਰਿਆ ਕਰੋ, ਸ਼ੁਕਰ ਕਰਿਆ ਕਰੋ। ਹਰੀਪੁਰ ਦਾ ਰਾਜਾ ਆਇਆ ਹੈ। ਸਾਵਣ ਮਲ ਜੀ ਕਹਿੰਦੇ ਨੇ ਦਾਤਾ ਜੀ ਰਾਜਾ ਰਾਣੀ ਸਾਰੇ ਦਰਸ਼ਨ ਕਰਨੇ ਚਾਹੁੰਦੇ। ਮਾਰੇ ਕਹਿੰਦੇ ਰਾਜਾ ਆ ਜਾਵੇ ਰਾਣੀਆਂ ਨਾ ਆਉਣ। ਦਾਤਾ ਜੀ ਕਿਉਂ? ਆਪ ਜੀ ਤੇ ਕਹਿੰਦੇ ਹੋ ਨਰ ਮਨੁੱਖਾਂ ਨੂੰ ਇੱਕ ਨਿਧਾਨਾ। ਅਰਬੀ ਦੇ ਵਿੱਚ ਮਨੁੱਖਾ ਨਾਮ ਇਸਤਰੀਆਂ ਦਾ ਹੈ। ਚੌਹਾਂ ਜੁਗਾਂ ਕਾ ਹੋਣ ਨਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਚਾਚਾ ਸਤਿਗੁਰੂ ਜੀ, ਵਾਹਿਗੁਰੂ ਜੀ, ਤਾਇਆ ਸਤਿਗੁਰੂ ਸਾਹਿਬ ਜੀ ਹੈ। ਸਤਿਗੁਰੂ ਸਾਹਿਬ ਜੀ ਆਪ ਜੀ ਦੇ ਤੇ ਹੁਕਮ ਨੇ। ਫਿਰ ਕਿਉਂ? ਕਹਿੰਦੇ ਪੁੱਤਰ ਉਹਨਾਂ ਨੇ ਗਹਿਣੇ ਪਾਏ ਹੋਣਗੇ ਛਣਕਣ ਵਾਲੇ। ਹੁਣ ਸੰਗਤ ਇਕਾਗਰ ਹੋ ਕੇ ਬੈਠੀ, ਜਦੋਂ ਗਹਿਣੇ ਛਣਕਦੇ ਆਉਣਗੇ ਧਿਆਨ ਉਚਾਟ ਹੋਏਗਾ। ਬੜੇ ਚਮਕੀਲੇ ਭੜਕੀਲੇ ਕੱਪੜੇ ਪਾਏ ਹੋਣਗੇ, ਇਸ ਵਾਸਤੇ ਰਾਣੀਆਂ ਨਹੀਂ ਆ ਸਕਦੀਆਂ। ਜੇ ਉਹਨਾਂ ਆਉਣਾ ਸਾਦੇ ਲਿਬਾਸ ਵਿੱਚ ਆਉਣ। ਤੁਹਾਨੂੰ ਸੰਗਤ ਕਰਨ ਦਾ ਮਾਣ ਪਿਤਾ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਬਖਸ਼ਿਆ। ਧੀਓ ਇਹੋ ਜੀਆਂ ਬਣ ਕੇ ਨਾ ਆਇਆ ਕਰੋ ਜਿਹਨੂੰ ਦੇਖ ਕੇ ਲੱਗੇ ਕਿ ਦਰਸ਼ਨ ਕਰਨ ਨਹੀਂ ਦਰਸ਼ਨ ਦੇਣ ਆਈਆਂ। ਮਨ ਗੰਦਾ ਹੋਏਗਾ। ਕਿਹੜਾ ਬ੍ਰਹਮ ਗਿਆਨੀ ਹੈ ਜਿਹੜਾ ਕਿਸੇ ਦੀ ਚਮੜੀ ਵੇਖ ਕੇ ਤੇ ਥਿਰ ਰਹਿ ਜੇ ਹਿਰਦਾ? ਇੱਕ ਸਕਿੰਟ ਲਈ ਭਾਵੇਂ ਮਨ ਡੋਲੇ। ਜੇ ਤੁਹਾਡਾ ਸਰੀਰ ਵੇਖ ਕੇ ਧੀਓ ਭੈਣੋ ਕਿਸੇ ਦਾ ਮਨ ਡੋਲਦਾ ਤੇ ਤੁਹਾਨੂੰ ਪਾਪ ਲੱਗੇਗਾ ਸੰਗਤ ਵਿੱਚ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਮਨ ਮੈਲਾ ਸਭ ਕਿਛ ਮੈਲਾ। ਗੁਰਮੁਖ ਤਰਲੇ ਕਰ ਰਿਹਾ ਸੀ, ਮਹਾਰਾਜ ਹਿਰਦਾ ਪਵਿੱਤਰ ਕਰੋ। ਇਹੋ ਜਿਹਾ ਬਣ ਕੇ ਆ ਗਈਆਂ ਕਿ ਮਨ ਇੱਕ ਸਕਿੰਟ ਲਈ ਭਾਵੇਂ ਗੰਦਾ ਹੋ ਗਿਆ, ਉਹਦੀ ਭਗਤੀ ਵਿੱਚ ਵਿਘਨ ਪਿਆ। ਦੋਸ਼ੀ ਕੌਣ ਬਣੀ? ਮੇਰੀ ਧੀ ਜਾਂ ਮੇਰੀ ਕੋਈ ਭੈਣ। ਹੱਥ ਜੋੜ ਬੇਨਤੀ ਇਸ ਤਰ੍ਹਾਂ ਨਾ ਕਰਿਆ ਕਰੋ। ਮਰ ਕਹਿੰਦੇ ਘੁੰਡ ਨਾ ਕੱਢਿਆ ਹੋਵੇ ਤੇ ਸਾਦਾ ਲਿਬਾਸ ਹੋਵੇ। ਰਾਜਾ ਆਇਆ ਪਰ ਰਾਣੀਆਂ ਨਾਲ ਆ ਰਹੀਆਂ। ਛੋਟੀ ਰਾਣੀ ਨੇ ਘੁੰਡ ਕੱਢ ਲਿਆ। ਮਰ ਕਹਿੰਦੇ ਕਮਲੀਏ ਪਿਤਾ ਸਤਿਗੁਰੂ ਦੇ ਦਰਸ਼ਨ ਨਹੀਂ ਸੀ ਕਰਨੇ ਤਾਂ ਕਿਉਂ ਆਈ? ਕਮਲੀ ਹੋ ਗਈ, ਸੁਭਾਵਕ ਬੋਲਿਆ ਸੀ। ਕਿਉਂਕਿ ਕਰਮ ਖੰਡ ਕੀ ਬਾਣੀ ਜੋਰ। ਗੁਰਸਿੱਖ ਕਰਮ ਖੰਡ ਦਾ ਵਾਸੀ ਹੋਵੇ ਨਾ, ਸਤਿਗੁਰੂ ਤੇ ਵਸਾਉਣ ਵਾਲੇ ਆ। ਕਰਮ ਬਖਸ਼ਿਸ਼ ਜਿਹਦੇ ਉਹਦੇ ਨਾ ਗੁਰਸਿੱਖ ਦੇ, ਦਿਨ ਰਾਤ ਰਸਨਾ ਤੇ ਸਿਮਰਨ ਹੀ ਚੱਲਦਾ ਹੋਵੇ। ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੇ, ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਦੇ ਕਈ ਬਚਨ ਚੇਤੇ ਆ ਰਹੇ ਪਰ ਸਮਾਂ ਨਹੀਂ। ਗੁਰਸਿੱਖਾਂ ਦੇ ਬੇਅੰਤ ਬਚਨ ਨੇ ਇਹੋ ਜਿਹੇ ਦੇ। ਸੁਭਾਵਕ ਮੂੰਹੋਂ ਬੋਲ ਨਿਕਲ ਜਾਵੇ ਉਹ ਪੂਰਾ ਹੋ ਜਾਂਦਾ। ਸਤਿਗੁਰੂ ਨੇ ਸੁਭਾਵਕ ਬਚਨ ਕਿਹਾ, ਕਮਲੀ ਹੋ ਗਈ, ਕੱਪੜੇ ਪਾੜ ਕੇ ਜੰਗਲ ਨੂੰ ਚਲੀ ਗਈ। ਭਾਈ ਸੱਚਨ ਸੱਚ ਦੇ ਨਾਲ ਉਹਦਾ ਆਨੰਦ ਕਾਰਜ ਕੀਤਾ। ਇੰਨੇ ਤਰੁੱਠੇ
ਮੇਰਾ ਕਰ ਦਿੱਤੀ, ਮੇਰਾ ਕਰ ਦਿੱਤੀ। ਜਿਸ ਜੋੜੇ ਦੇ ਨਾਲ ਕਮਲਪੁਣਾ ਹਟਿਆ ਸੀ ਨਾ, ਉਹ ਜੋੜੇ ਹੀ ਦੇ ਦਿੱਤੇ। ਕਹਿੰਦੇ ਜਾਓ ਸਿੱਖੀ ਦਾ ਪ੍ਰਚਾਰ ਕਰੋ। ਅੱਜ ਵੀ ਉਸ ਜੋੜੇ ਨਾਲ ਬਖਸ਼ਾਂ ਹੁੰਦੀਆਂ, ਕਮਲੇ ਠੀਕ ਹੁੰਦੇ। ਭਾਈ ਸਚਨ ਸੱਚ ਤੇ ਉਹ ਹਰੀਪੁਰ ਦੇ ਰਾਜੇ ਦੀ ਜਿਹੜੀ ਰਾਣੀ ਸੀ, ਉਹਦਾ ਵਿਆਹ ਉਹਨਾਂ ਦਾ ਕਰ ਦਿੱਤਾ ਤੇ ਜੋੜਾ ਦੇ ਦਿੱਤਾ ਮਹਾਰਾਜ ਨੇ ਉਹਨਾਂ ਨੂੰ, ਜਿਨ੍ਹਾਂ ਦੇ ਸਦਾ ਅਟਲ ਬਚਨ। ਸਾਧ ਸੰਗਤ ਜੀ, ਇਹ ਪ੍ਰਥਾ ਹਟਾਈ। ਘੁੰਡ ਨਹੀਂ ਕੱਢਣਾ, ਸਾਦਾ ਲਿਬਾਸ ਪਹਿਨਣਾ ਹੈ, ਸਤੀਆਂ ਨਹੀਂ ਹੋਣਾ। ਜੇ ਔਲਾਦ ਹੈ, ਧੀਆਂ ਪੁੱਤਰ ਹਨ, ਜੇ ਬੀਬੀ ਰਹਿ ਸਕਦੀ ਹੈ, ਸਬਰ ਸੰਤੋਖ ਵਿੱਚ ਰਵੇ, ਨਹੀਂ ਤੇ ਦੂਜਾ ਆਨੰਦ ਕਾਰਜ ਕਰਦੇ। ਇਹ ਬਖਸ਼ਾਂ ਕੀਤੀਆਂ, ਬੇਅੰਤ ਬਖਸ਼ਾਂ। ਦੁਨੀਆ ਕਹਿੰਦੀ ਸੀ ਮਾਇਆ ਸੋਨਾ ਹੈ, ਚਾਂਦੀ ਹੈ। ਕੋਈ ਕਹਿੰਦੇ ਇਸਤਰੀ ਮਾਇਆ, ਕੋਈ ਕਹਿੰਦੇ ਧੀਆਂ ਪੁੱਤਰ ਮਾਇਆ। ਮੇਰੇ ਸਤਿਗੁਰੂ ਜੀ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਹ ਬਚਨ ਪੜੋ। ਫਿਰ ਇਹ ਵੀ ਬਚਨ ਪੜੋ, ਮਾਇਆ ਦਾ ਰੂਪ ਕਿਹੜਾ ਹੈ। ਮਾਰੇ ਕਹਿੰਦੇ ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਹੁਣ ਦੱਸੋ ਪੇਟ ਦੇ ਵਿੱਚ ਅੱਗ ਕਿਹੋ ਜੀ ਹੈ? ਦੁਨੀਆ ਦਾ ਕੋਈ ਡਾਕਟਰ ਨਹੀਂ ਦੱਸ ਸਕਦਾ ਕਿ ਕਿੱਦਾਂ ਦੀ ਅੱਗ ਹੈ ਪੇਟ ਵਿੱਚ। ਪੇਟ ਵਿੱਚ ਅੱਗ ਬਲਦੀ ਹੈ, ਸਭ ਕੁਝ ਹਜਮ ਹੋਈ ਜਾਂਦਾ। ਇਸੇ ਤਰ੍ਹਾਂ ਮਾਇਆ ਦਾ ਰੂਪ ਵੀ ਬਾਹਰਲਾ ਇੱਕ ਨਹੀਂ ਹੈ। ਇਹ ਨੋਟ ਮਾਇਆ ਨਹੀਂ ਹੈ, ਇਹ ਸਰੀਰ ਕੱਲੇ ਮਾਇਆ ਨਹੀਂ ਹੈ, ਸੋਨਾ ਚਾਂਦੀ ਕੱਲੇ ਮਾਇਆ ਨਹੀਂ ਹੈ, ਸਭ ਕੁਝ ਹੀ ਮਾਇਆ ਹੈ। ਇੱਕ ਅੱਗ ਦੀ ਨਿਆਈ ਇਹ ਸ਼ਕਤੀ ਹੈ, ਜਿਹਦੇ ਵਿੱਚ ਸੋਨਾ ਚਾਂਦੀ ਹੀਰੇ ਰਾਜ ਭਾਗ ਦੁਨੀਆ ਦੀਆਂ ਵਡਿਆਈਆਂ, ਦੁਨੀਆ ਦੀਆਂ ਪ੍ਰਭਤਾਵਾਂ ਸਾਰੀਆਂ ਸੜ ਕੇ ਸੁਆਹ ਹੋਈ ਜਾਂਦੀਆਂ। ਹੋਰ ਮਿਲ ਜੇ, ਹੋਰ ਮਿਲ ਜੇ, ਹੋਰ ਮਿਲ ਜੇ। ਜਿਵੇਂ ਸਾਡੇ ਸਰੀਰ ਵਿੱਚ ਅੱਗ ਸਭ ਕੁਝ ਹੀ ਹਜਮ ਕਰੀ ਜਾਂਦੀ। ਮਾਇਆ ਦਾ ਬਾਹਰਲਾ ਸਰੂਪ ਆਪਾਂ ਅੱਖਾਂ ਨਾਲ ਨਹੀਂ ਦੇਖ ਕੇ ਕਹਿ ਸਕਦੇ ਆ ਮਾਇਆ। ਮਹਾਰਾਜ ਜੀ ਕਹਿੰਦੇ ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ। ਬਚਨ ਕਿੰਨੇ ਕਿੰਨੇ ਵੱਡੇ ਹੈ। ਵੱਡੇ ਵੱਡੇ ਅਵਤਾਰੀ ਮਹਾਂਪੁਰਖਾਂ ਨੇ, ਗੁਰਮੁਖਾਂ ਨੇ ਕਿਹਾ ਸਾਡੇ ਰਾਜ ਭਾਗ ਦੇ ਵਿੱਚ ਕੋਈ ਪੁੱਤਰ ਚੜ੍ਹਾਈ ਨਹੀਂ ਕਰੇਗਾ ਮਾਤਾ ਪਿਤਾ ਦੇ ਹੁੰਦਿਆਂ। ਪੁੱਤਰ ਚੜ੍ਹਾਈ ਕਰ ਗਿਆ। ਰਾਮਚੰਦਰ ਜੀ ਪੁੱਛਣ ਲੱਗੇ ਕੀ ਗੱਲ ਹੋਈ ਹੈ? ਬ੍ਰਾਹਮਣ ਰੋ ਰਿਹਾ। ਕਹਿੰਦਾ ਤੁਹਾਡੇ ਰਾਜ ਭਾਗ ਦੇ ਵਿੱਚ ਨੀਵੀਂ ਜਾਤ ਵਾਲੇ ਵੀ ਬੰਦਗੀ ਕਰਦੇ। ਸੰਭੋਗ ਰਿਖੀ ਦਾ ਸਿਰ ਕੱਟ ਕੇ ਉਹਦੇ ਬਦਲੇ ਵਿੱਚ ਬ੍ਰਾਹਮਣ ਦਾ ਪੁੱਤਰ ਜਿੰਦਾ ਕੀਤਾ। ਪਰ ਧੰਨ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬੀਬੀ ਰੋ ਰਹੀ ਸੀ ਅੰਮ੍ਰਿਤ ਵੇਲੇ। ਭਾਈ ਬੱਲੂ ਜੀ ਨੂੰ ਕਿਹਾ, ਭਾਈ ਬੱਲੂ ਜਾ ਕੇ ਮਾਂ ਨੂੰ ਕਹਿ ਇਹ ਵੇਲਾ ਪਰਮਾਤਮਾ ਦੀ ਬੰਦਗੀ ਦਾ ਹੈ, ਰੋਣ ਦਾ ਨਹੀਂ। ਇਹ ਸਿਮਰਨ ਕਰਨ ਦਾ ਵੇਲਾ ਹੈ, ਇਹ ਵਾਹਿਗੁਰੂ ਵਿੱਚ ਜੁੜਨ ਦਾ ਵੇਲਾ। ਸਵੇਰੇ ਦੱਸਣ ਕੀ ਗੱਲ ਹੈ, ਦੁੱਖ ਦਾ ਕਾਰਨ ਕੀ, ਹਿਰਦਾ ਦਰਵਗੇ। ਭਾਈ ਬੱਲੂ ਜੀ ਗਏ, ਦੇਖਿਆ, ਆ ਕੇ ਦੱਸਿਆ। ਮਾਤਾ ਸ਼ਾਂਤ ਹੋ ਗਈ ਤੇ ਮਹਾਰਾਜ ਸਾਹਿਬ ਜੀ ਦਿਨ ਚੜਿਆ ਤੇ ਜਦੋਂ ਸਰੀਰ ਲਿਆ ਕੇ ਰੱਖਿਆ, ਆਪ ਜੀ ਨੇ ਮਿਹਰ ਦੀ ਨਿਗਾਹ ਕੀਤੀ। ਸਤਿਗੁਰ ਮੇਰਾ ਮਾਰ ਜੀਵਲ ਹੈ, ਸਤਿਗੁਰ ਮੇਰਾ ਸਰਬ ਪ੍ਰਤਪਾਲ ਹੈ, ਕਿਰਪਾ ਕਰ ਦਿੱਤੀ। ਪਰ ਨਾਲ ਵਿਚਾਰਿਆ ਕਿ ਇਹ ਤੇ ਚੰਗੀ ਗੱਲ ਨਹੀਂ। ਇਸ ਤਰ੍ਹਾਂ ਤੇ ਵੱਡੇ ਵੱਡੇ ਆ ਕੇ ਕਹਿਣਗੇ। ਬਚਨ ਹੀ ਕਰ ਦਿੱਤਾ। ਜਿੰਨੇ ਚਿਰ ਗੋਇੰਦਵਾਲ ਸਾਹਿਬ ਦੇ ਵਿੱਚ ਕਿਸੇ ਵੀ ਮਾਤਾ ਪਿਤਾ ਦਾ ਧੀ ਪੁੱਤਰ ਨਹੀਂ ਮਰੇਗਾ। ਅੱਜ ਤੋਂ ਬਾਅਦ ਕੋਈ ਨਹੀਂ ਚੜਾਈ ਕਰੇਗਾ। ਵਾਹਿਗੁਰੂ ਦਾ ਭਾਣਾ ਕੋਲੋਂ ਗੁਰਸਿੱਖ ਬੇਨਤੀ ਕਰ ਲੱਗਾ, ਮਹਾਰਾਜ ਕਿੰਨੇ ਚਿਰ ਨਹੀਂ ਚੜਾਈ ਕਰੇਗਾ? ਮਹਾਰਾਜ ਹੱਸ ਕੇ ਕਹਿੰਦੇ ਜਿੰਨਾ ਚਿਰ ਅਸੀਂ ਗੁਰਤਾ ਗੱਦੀ ਤੇ ਸੁਭਾਏਮਾਨ। ਸਾਧ ਸੰਗਤ ਜੀ, ਕੋਈ ਪਸ਼ੂ ਪੰਛੀ ਤੱਕ ਨਹੀਂ ਚੜਾਈ ਕੀਤਾ। ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ। ਐਸੇ ਮੇਰੇ ਦੀਨ ਦਿਆਲ ਸਤਿਗੁਰੂ ਜੀ। ਜਪਜੀ ਸਾਹਿਬ ਜੀ ਦੇ ਪਾਠ ਕਰੋ, ਇਸ਼ਨਾਨ ਕਰੋ। ਬੌਲੀ ਸਾਹਿਬ ਦੇ ਸਣੇ ਕੇਸੀ ਪਹਿਲੀ ਪੌੜੀ ਤੇ ਖਲੋ ਕੇ ਪੂਰਾ ਜਪਜੀ ਸਾਹਿਬ ਕਰੋ, ਫਿਰ ਸਣਕੇਸੀ ਇਸ਼ਨਾਨ ਕਰੋ। ਇਸ ਤਰ੍ਹਾਂ 84 ਪਾਠ ਕਰੋ, ਬਾਰ-ਬਾਰ ਇਸ਼ਨਾਨ ਕਰਕੇ। ਪੌੜੀ ਦੇ ਉੱਤੇ ਹੀ ਖਲੋ ਕੇ ਕਰਨਾ ਹੈ ਪੂਰਾ ਪਾਠ, ਉੱਥੇ ਹੀ ਆਰੰਭ, ਉੱਥੇ ਹੀ ਸਮਾਪਤੀ। ਅਖੀਰ 'ਚ ਸੰਪੂਰਨ ਆਨੰਦ ਸਾਹਿਬ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਅਰਦਾਸ ਕਰੋ, 84 ਕੱਟੀ ਜਾਏਗੀ।
ਸਦਾ ਵਰਤ ਲਾ ਦਿੱਤਾ, ਮਿਹਰਾਂ ਕਰ ਦਿੱਤੀਆਂ। ਕਈ ਕਹਿੰਦੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ, ਸ਼ੰਕੇ ਕਰਦੇ ਆ। ਮੇਰੇ ਮਨ ਦੇ ਵਿੱਚ ਸਿੰਘ ਕਹਿਣ ਲੱਗਾ, ਬੌਲੀ ਸਾਹਿਬ ਚੱਲੀਏ ਇਸ਼ਨਾਨ ਕਰਨ, 84 ਕੱਟਣ। ਮੈਂ ਹੱਸ ਕੇ ਉਸ ਤਰ੍ਹਾਂ ਹੀ ਮਜ਼ਾਕ ਨਹੀਂ ਕਿਹਾ। ਮੈਂ ਕਿਹਾ ਕਿ 5 ਪਿਆਰੇ ਸਾਹਿਬਾਨ ਤੇ ਕਹਿੰਦੇ ਅੰਮ੍ਰਿਤ ਛਕਿਆ 84 ਕੱਟੀ ਜਾਂਦੀ। ਕਹਿੰਦਾ ਮੈਂ ਬਾਬਾ ਜੀ ਨੂੰ ਪੁੱਛਾਂ। ਪੂਰਨ ਨਾਮ ਰਸੀਏ ਮਹਾਂਪੁਰਸ਼ ਕਾਰਜਕਾਰੀ ਮੁਖੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ। ਮੈਂ ਬਾਹਰ ਸੇਵਾ ਵਿੱਚ ਹਾਜ਼ਰ ਸੀ ਪਹਿਰੇ ਤੇ ਰਾਤ ਨੂੰ, ਤੇ ਉਹ ਸਿੰਘ ਕਹਿੰਦਾ ਮੈਂ ਪੁੱਛਾਂ। ਮੈਂ ਪੁੱਛ ਲੈ, ਪਰ ਮੇਰਾ ਨਾਂ ਨਾ ਲਈ, ਡਰ ਥੋੜਾ ਜਿਹਾ ਪੈ ਕਰਕੇ। ਉਹਨੇ ਜਾ ਕੇ ਅੰਦਰ ਕਿਹਾ, ਜੀ ਸਤਨਾਮ ਸਿੰਘ ਕਹਿੰਦਾ ਕਿ ਅੰਮ੍ਰਿਤ ਛਕਿਆ 84 ਨਹੀਂ ਕੱਟੀ ਜਾਂਦੀ, ਗੋਂਦਵਾਲ ਸਾਹਿਬ ਜਾ ਕੇ ਇਸ਼ਨਾਨ ਕਰਨੇ। ਮੈਂ ਵੀ ਅੰਦਰ ਚਲੇ ਗਿਆ। ਜਦੋਂ ਮੇਰਾ ਨਾਂ ਲੈ ਦਿੱਤਾ ਉਹਨੇ, ਚੁੱਪ ਰਹੇ ਗੁਰਮੁਖ। ਫਿਰ ਗੰਭੀਰ ਹੋ ਕੇ ਕਹਿਣ ਲੱਗੇ, ਕਹਿੰਦੇ ਸਤਨਾਮ ਸਿੰਘ ਕਹਿੰਦੇ 84 ਕੱਟੀ ਜਾਣੀ ਸਿਮਰਨ ਭਜਨ ਦੇ ਨਾਲ, ਬੰਦਗੀ ਨਾਲ, ਭਗਤੀ ਨਾਲ। ਤੇ ਬੌਲੀ ਸਾਹਿਬ ਵੀ ਆਪਾਂ ਭਗਤੀ ਕਰਦੇ ਹਾਂ। ਜਦੋਂ ਪਾਠ ਕਰਦੇ ਹਾਂ ਸਾਧ ਸੰਗਤ ਜੀ, ਫਿਰ ਸਾਨੂੰ ਪਤਾ ਲੱਗਦਾ ਕਿ ਅਸੀਂ ਕਿੰਨਾ ਸਮਾਂ ਅਜਾਇਆ ਗਵਾਉਂਦੇ। ਸਤਿਗੁਰੂ ਦੀ ਕਿਰਪਾ ਨਾਲ ਇਸ਼ਨਾਨ ਕੀਤੇ ਤੇ 12 ਘੰਟਿਆਂ ਦੇ ਵਿੱਚ ਇਸ਼ਨਾਨਾਂ ਦੇ ਸਮੇਤ 84 ਪਾਠ ਹੋ ਗਏ ਆ। ਤੇ ਜੇ ਉਸ ਤਰ੍ਹਾਂ ਕਰੀਏ ਤੇ ਦਿਨੋਂ ਦਿਨ ਸਮਾਂ ਘਟਦਾ ਜਾਣਾ। ਆਪ ਸੋਚੋ ਆਪਾਂ ਹੁਣ ਕਿੰਨਾ ਸਮਾਂ ਬਰਬਾਦ ਕਰਦੇ। 5-6 ਘੰਟੇ ਸੌਂਦੇ ਆ, ਕੁਝ ਖਾਣ ਪੀਣ ਦਾ ਕਿਰਿਆ ਦਾ ਕੱਢ ਲਓ, ਬਾਕੀ ਟਾਈਮ ਕੀ ਕਰਦੇ? ਜਿਹੜੇ ਕੰਮਕਾਰ ਕਰਦੇ ਜ਼ੁਬਾਨ ਨਾਲ ਕੀ ਕਰਦੇ ਆ? ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਕਿੰਨਾ ਸਮਾਂ ਬਰਬਾਦ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਜੇ ਵਿਹਲਾ ਸਮਾਂ ਵਿਚਾਰੋਗੇ ਫਿਰ ਕਿਹੜੇ ਵੇਲੇ ਭਗਤੀ ਕਰੋਗੇ? ਇਸ ਵਾਸਤੇ ਬਾਣੀ ਕੰਮਕਾਰ ਕਰਦਿਆਂ ਪੜ੍ਹੀ ਜਾਓ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ। ਗੁਰਮੁਖਾ ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰਿ ਹਰਿ ਗਾਈਐ। ਹਰ ਟਾਈਮ ਹੀ ਬਾਣੀ ਪੜ੍ਹਦਾ ਰਿਹਾ ਕਰ। ਤੇ ਸਾਧ ਸੰਗਤ ਜੀ ਇੱਕ ਵਿਸ਼ੇਸ਼ ਬੇਨਤੀ ਚੇਤੇ ਰੱਖਿਓ। ਧੰਨ ਗੁਰੂ ਨਾਨਕ ਦੇਵ ਜੀ ਨੇ 7 ਸਾਲ ਦੀ ਉਮਰ ਵਿੱਚ ਗੁਰਮੁਖੀ ਅੱਖਰ ਸਾਨੂੰ ਬਖਸ਼ੇ ਹੈ। 7-8 ਸਾਲ ਦੀ ਉਮਰ ਵਿੱਚ ਬ੍ਰਿਜ ਲਾਲ ਪੰਡਤ ਨੂੰ ਉਪਦੇਸ਼ ਦਿੱਤਾ ਹੈ। ਆਸਾ ਮਹੱਲਾ ਪਹਿਲਾ ਪੱਟੀ ਲਿਖੀ, ਸੱਸਾ ਸੋਏ ਸ੍ਰਿਸ਼ਟ ਜਿਨ ਸਾਜੀ, 35 ਅੱਖਰ। ਤੇ 240 ਸਾਲ ਸਤਿਗੁਰਾਂ ਨੇ ਗੁਰਤਾ ਗੱਦੀ ਕੀਤੀ, ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ। ਗੁਰਬਾਣੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕੋਈ ਪੋਥੀ ਸਾਹਿਬ ਲਿਖਾਉਣ ਦੀ ਤਾਂ ਗੱਲ ਬੜੀ ਦੂਰ ਦੀ ਹੈ। ਮਹਾਰਾਜ ਨੇ ਸੰਗਤ ਨੂੰ ਇੱਕ ਚਿੱਠੀ ਵੀ ਹੋਰ ਕਿਸੇ ਭਾਸ਼ਾ ਵਿੱਚ ਨਹੀਂ ਲਿਖੀ। ਮੇਰੇ ਮਨ ਵਿੱਚ ਬੜੇ ਦਿਨਾਂ ਦਾ ਆ ਰਿਹਾ ਸੀ, ਮੈਂ ਤਾਂ ਬੇਨਤੀ ਕਰ ਰਿਹਾ, ਵਿਚਾਰ ਕਰਿਓ। ਗੁਰੂ ਸਾਹਿਬ ਜੀ ਨੇ ਇੱਕ ਚਿੱਠੀ, ਜਿਹਨੂੰ ਆਪਾਂ ਹੁਕਮਨਾਮਾ ਕਹਿ ਦਿੰਦੇ, ਆਮ ਤੌਰ ਤੇ ਚਿੱਠੀ ਕਹਿ ਸਕਦੇ, ਸੰਗਤਾਂ ਨੂੰ ਇੱਕ ਚਿੱਠੀ ਵੀ ਜੇ ਪਾਈ ਹੈ, ਹੁਕਮਨਾਮਾ ਜੇ ਲਿਖਵਾਇਆ ਜਾਂ ਲਿਖਿਆ, ਉਹ ਵੀ ਗੁਰਮੁਖੀ ਅੱਖਰਾਂ 'ਚ ਹੈ। ਇਹ ਗੁਰਮੁਖੀ ਅੱਖਰ ਬਰਤਨ ਰੂਪ, ਜਿਹਦੇ ਵਿੱਚ ਬਾਣੀ ਬ੍ਰਹਮ ਗਿਆਨ ਸਾਨੂੰ ਅੰਮ੍ਰਿਤ ਪਾ ਕੇ ਦਿੱਤਾ ਜੇ। ਇਸ ਵਾਸਤੇ ਗੁਰਬਾਣੀ ਗੁਰਮੁਖੀ ਵਿੱਚ ਪੜੋ। ਸੋਨਾ ਲੈਣਾ ਹੈ ਤੇ ਸੋਨੇ ਰੂਪ ਵਿੱਚ ਲੈਨੇ ਆਪਾਂ ਇਹ ਨਹੀਂ ਕਹਿੰਦੇ ਸੋਨੇ ਦਾ ਪਿੱਤਲ ਦੇ ਦੇ। ਆਪਾਂ ਆਪਣੇ ਪੈਸੇ ਬਚਾਉਂਦੇ ਆ, ਭਾਵੇਂ ਇੱਕ ਭੈਣ ਰੱਤੀ ਦੀ ਕੋਈ ਚੀਜ਼ ਬਣਾਵੇ, ਭਾਵੇਂ 1 ਗ੍ਰਾਮ ਦੀ ਬਣਾਵੇ, ਸੋਨਾ ਸੋਨੇ ਦੇ ਰੂਪ ਵਿੱਚ ਲੈਂਦੇ। ਇਸ ਵਾਸਤੇ 1 ਮਹੀਨਾ ਲੱਗੇ, 2 ਮਹੀਨੇ ਲੱਗੇ। ਗੁਰਮੁਖੋ ਜੇ ਇੰਨਾ ਹੀ ਸਮਾਂ ਨਹੀਂ ਕੱਢ ਸਕਦੇ, ਫਿਰ ਹਿਰਦੇ 'ਚ ਕਿਵੇਂ ਵਸਾਓਗੇ? ਗੁਰੂ ਅਮਰਦਾਸ ਜੀ ਦਾ ਕਿਵੇਂ ਬਚਨ ਮੰਨ ਸਕਾਂਗੇ? ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਤੇ ਮਿਹਰ ਦੀ ਨਿਗਾਹ ਹੋਵੇ ਉਹਨਾਂ ਦੇ ਹਿਰਦੇ 'ਚ ਸਮਾਉਂਦੀ ਹੈ। ਤੇ ਆਪਾਂ ਮਿਹਰ ਕਿਵੇਂ ਲਵਾਂਗੇ? ਹਰ ਟਾਈਮ ਹੀ ਬਾਣੀ ਪੜ੍ਹਨੀ। ਸਾਥ ਸਾਥ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਇਹ ਕਿਦਣ ਫਿਰ ਇਸ ਰਾਹ ਤੇ ਤੁਰ ਸਕਾਂਗੇ ਜੇ ਇੰਨਾ ਸਮਾਂ ਹੀ ਨਹੀਂ ਕੱਢ ਸਕਦੇ? ਗੁਰੂ ਸਾਹਿਬ ਦੀਆਂ ਬਖਸ਼ਾਂ ਲੈਣੀਆਂ ਪੂਰਨ ਰੂਪ ਵਿੱਚ। ਜਿਨ੍ਹਾਂ ਨੇ ਆਪ 240 ਸਾਲ ਗੁਰਤਾ ਗੱਦੀ ਕਰਦੇ ਆ, 230 ਸਾਲਾਂ ਵਿੱਚ ਹੋਰ ਕਿਸੇ ਬੋਲੀ ਭਾਸ਼ਾ ਦੇ ਵਿੱਚ, ਹੋਰ ਕਿਸੇ ਭਾਸ਼ਾ 'ਚ ਜੇ ਗੁਰਬਾਣੀ ਨਹੀਂ ਲਿਖੀ ਤੇ ਗੁਰਮੁਖੋ ਸਾਨੂੰ ਵੀ ਮੈਂ ਸਮਝਦਾ ਕੋਈ ਹੱਕ ਨਹੀਂ ਹੈ। ਧੰਨ ਸਾਹਿਬ ਗੁਰੂ ਅਮਰਦਾਸ ਜੀ ਨੇ ਬੇਅੰਤ ਪੋਥੀਆਂ
ਲਿਖ ਲਿਖ ਕੇ ਵਰਤਾਈਆਂ। ਬੜੀ ਕਿਰਪਾ ਕੀਤੀ ਹੈ। ਐਸੇ ਸਤਿਗੁਰੂ ਜੀ ਵੱਡਿਆਂ ਤੋਂ ਵੱਡੇ ਪੁਰਖ ਮਰਦ ਬ੍ਰਹਮ ਸਰੂਪ ਹਨ। ਜਿਤ ਮਿਲਿਆ ਹਰ ਉਰ ਧਾਰੇ, ਜਿਨ੍ਹਾਂ ਨੂੰ ਮਿਲਣ ਕਰਕੇ ਹਿਰਦੇ ਵਿੱਚ ਵਾਹਿਗੁਰੂ ਜੀ ਵਸਦੇ ਹਨ ਪ੍ਰਗਟ ਸਰੂਪ ਵਿੱਚ। ਜਿਵੇਂ ਜਲ ਸਰੋਵਰ ਵਿੱਚ ਆਪਾਂ ਅੰਮ੍ਰਿਤ ਜਲ ਪ੍ਰਗਟ ਹੈ ਨਾ, ਜਿੱਥੇ ਬੈਠੇ ਇੱਥੇ ਵੀ ਹੈ ਪਾਣੀ, ਇੱਥੇ ਵੀ ਹੈਗਾ, ਜਲ ਇੱਥੇ ਵੀ ਹੈ, ਪਰ ਪੁੱਟਣਾ ਪਵੇਗਾ, ਉੱਥੇ ਪ੍ਰਗਟ ਹੈ। ਇਸ ਤਰ੍ਹਾਂ ਜਿਨ੍ਹਾਂ ਪੂਰੇ ਸਤਿਗੁਰਾਂ ਨੂੰ ਹਿਰਦੇ ਵਿੱਚ ਵਸਾਉਣ ਕਰਕੇ ਗੁਰੂ ਸਾਹਿਬ ਜੀ ਪ੍ਰਗਟ ਹੋ ਜਾਂਦੇ ਨੇ, ਬਾਣੀ ਵਸਾਉਣ ਕਰਕੇ। ਜੀ ਦਾਨ ਗੁਰ ਪੂਰੈ ਦੀਆ, ਪੂਰੇ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਜੀਵਨ ਦਾਨ ਦੇਣਾ ਕੀਤਾ ਹੈ, ਬ੍ਰਹਮ ਗਿਆਨ ਦਿੱਤਾ ਹੈ। ਹਰ ਅੰਮ੍ਰਿਤ ਨਾਮ ਸਮਾਰੇ, ਫਿਰ ਅੰਮ੍ਰਿਤ ਨਾਮ ਸੰਭਾਰਦੇ ਆ ਪ੍ਰੇਮੀ ਕੋੜੀ, ਪ੍ਰੇਮਾ ਜਿਹਦਾ ਨਾਮ ਹੈ। ਮਹਾਰਾਜ ਨੇ ਬ੍ਰਹਮ ਗਿਆਨ ਦੇ ਕੇ, ਜੀ ਦਾਨ ਦੇ ਕੇ ਨਾਮ ਮੁਰਾਰੀ ਰੱਖ ਦਿੱਤਾ। ਭਾਈ ਸਿੰਹ ਦੀ ਪੁੱਤਰੀ ਵਿਆਹੀ ਤੇ ਬੀਬੀ ਕਹਿਣ ਲੱਗੀ, ਮਹਾਰਾਜ ਕਿਹੜੇ ਕੋੜੀ ਨਾਲ ਪਤਾ ਨਹੀਂ ਕੀ ਅੰਸ ਬੰਸ ਮੇਰਾ ਪੁੱਤਰ ਮੇਰੀ ਧੀ ਵਿਆਹ ਦਿੱਤੀ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨਾ ਕਹਿ ਧੀਏ, ਇਹ ਮੇਰੀ ਧੀ ਸਮਝ, ਇਹ ਮੇਰਾ ਪੁੱਤ ਸਮਝ ਪ੍ਰੇਮਾ। ਹੁਣ ਤੇਰੀ ਧੀ ਦਾ ਨਾਮ ਕੀ ਹੈ? ਕਹਿਣ ਲੱਗੀ ਜੀ ਮੇਰੀ ਧੀ ਦਾ ਨਾਮ ਹੈ ਮੱਥੋ। ਮਹਾਰਾਜ ਕਹਿੰਦੇ ਅਸੀਂ ਇਹਦਾ ਨਾਮ ਮੁਰਾਰੀ ਰੱਖਦੇ ਆ। ਜਿਹੜਾ ਮੱਥੋ ਮੁਰਾਰੀ ਕਵੇਗਾ ਨਰਕਾਂ 'ਚ ਨਹੀਂ ਪਵੇਗਾ। ਗੱਜ ਕੇ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ। ਅੱਜ ਵੀ ਉਹਨਾਂ ਦੀ ਅੰਸ ਬੰਸ ਗੁਰਸਿੱਖ ਹੈ ਤੇ ਦੇਹਰਾਦੂਨ ਵੱਸਦੇ ਆ। ਮੱਥੋ ਮੁਰਾਰੀ ਜੀ ਦਾਨ ਦੇ ਕਰਕੇ ਅੰਮ੍ਰਿਤ ਨਾਮ ਦੇ ਦਿੱਤਾ, ਹਿਰਦੇ ਵਿੱਚ ਬ੍ਰਹਮ ਗਿਆਨ ਦੇ ਦਿੱਤਾ ਹੈ। ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਇਸ ਵਾਸਤੇ ਰਾਮ ਰਮੇ ਹੋਏ ਪਰਮੇਸ਼ਰ ਦਾ ਸਰੂਪ ਨੇ ਸਾਹਿਬ ਗੁਰੂ ਅਮਰਦਾਸ ਜੀ। ਹਿਰਦੇ ਦੇ ਵਿੱਚ ਅਸੀਂ ਸਦਾ ਵਸਾ ਕੇ ਰੱਖਦੇ ਹਾਂ। ਗੁਰਮੁਖ ਕਥਾ ਸੁਣੀ ਮਨ ਭਾਈ, ਐਸੇ ਸਤਿਗੁਰਾਂ ਦੀ ਕਥਾ ਸਾਹਿਬ ਗੁਰੂ ਅਮਰਦਾਸ ਜੀ ਦੀ, ਗੁਰਮੁਖ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਜੀ ਦੇ ਮਨੋਂ ਸੁਣੀ ਤੇ ਬੜਾ ਭਾਈ, ਬੜੀ ਚੰਗੀ ਲੱਗੀ। ਧੰਨ ਧੰਨ ਵੱਡ ਭਾਗ ਹਮਾਰੇ, ਬੜੇ ਧੰਨ ਨੇ ਵੱਡੇ ਭਾਗ ਹਮਾਰੇ ਹਨ, ਸਾਡੇ ਵੱਡੇ ਭਾਗ ਨੇ। ਹਿਰਦੇ 'ਚ ਕਿਵੇਂ ਵਸੇ ਨੇ? ਲਾਹੌਰ ਤੋਂ ਅੰਬ ਲੈ ਕੇ ਆਏ ਆ, ਭਰੋਵਾਲ ਫਤਿਆਬਾਦ ਦੇ ਕੋਲ ਅੰਬ ਪਾਟ ਗਿਆ, ਉੱਥੇ ਅਰਦਾਸ ਕਰਕੇ ਧਿਆਨ ਧਰ ਕੇ ਚੂਪ ਲਿਆ। ਉਧਰ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਅੰਬ ਚੂਪ ਰਹੇ ਨੇ, ਗਿਟਕ ਭਾਈ ਬੱਲੋ ਨੂੰ ਦੇ ਦਿੱਤੀ। ਜਦੋਂ ਗੁਰੂ ਰਾਮਦਾਸ ਜੀ ਨੇ ਮੱਥਾ ਟੇਕਿਆ ਨਾ ਜਾ ਕੇ, ਕਹਿੰਦੇ ਪੁਰਖਾ ਜਿਹੜਾ ਅੰਬ ਚੁਪਾਇਆ ਸੀ ਬੜਾ ਹੀ ਸਵਾਦੀ ਸੀ। ਜਿਹੜੇ ਕੱਪੜੇ ਲਾਹੌਰ ਪਵਾਏ ਸੀ ਬੜੇ ਹੀ ਸੁੰਦਰ ਸਨ। ਭਾਈ ਬੱਲੂ ਲਿਆ ਗਿਟਕ ਵਿਖਾ, ਲਿਆ ਕੇ ਗਿਟਕ ਵਿਖਾਈ, ਚਰਨ ਫੜ ਲੈ ਮਹਾਰਾਜ ਤੁਸੀਂ ਕਿਰਪਾ ਕਰ। ਇਸ ਤਰ੍ਹਾਂ ਹਿਰਦੇ ਵਿੱਚ ਵਸ ਜਾਂਦੇ ਹਨ। ਵੱਡੇ ਹਨ ਭਾਗ ਸਾਡੇ। ਸੂਖਮ ਸਰੂਪ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਕਾਰਨ ਸਰੀਰ ਹੈ ਨਾ ਤਾਂ ਸਾਧ ਸੰਗਤ ਜੀ, ਹੁਣ ਇਹ ਗੁਰਬਾਣੀ ਦੇ ਅੱਖਰ ਨੇ, ਇਹ ਕਾਰਨ ਸਰੀਰ ਹੈ। ਗੁਰੂ ਗ੍ਰੰਥ ਸਾਹਿਬ ਜੀ ਸੂਖਮ ਸਰੀਰ ਹੈ। ਤਿਆਰ ਬਰਤਿਆਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਰਗਾ ਸਰੀਰ ਜਿਹੜਾ ਹੈ ਉਹਦੇ ਵਿੱਚ ਬੈਠ ਜਾਂਦੇ ਨੇ। ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਨੇ, ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਹਰ ਜਨ ਨਿਕਟ ਨਿਕਟ ਹਰ ਜਨ, ਉਹਦਾ ਰੂਪ ਹੀ ਬਣ ਜਾਂਦੇ ਆ। ਵੱਡੇ ਭਾਗ ਹਨ ਸਾਡੇ। ਰਹਾਉ ਵਿਸਰਾਮ ਦੇ ਕੇ ਸਮਝਾਉਂਦੇ ਹਨ। ਕੋਟ ਕੋਟ 33 ਤੇ ਆਵਹਿ, ਭਾਈ 33 ਕਰੋੜ ਵੀ ਧਿਆਉਂਦੇ ਹਨ, ਤਾ ਕਾ ਅੰਤ ਨਾ ਪਾਵੇ ਪਾਰੇ, ਪਰ ਉਹਨਾਂ ਦਾ ਅੰਤ ਪਾਰਾਵਾਰ ਨਹੀਂ ਪੈਂਦਾ। ਹਿਰਦੈ ਕਾਮ ਕਾਮਨੀ ਮੰਗਹਿ, ਮਹਾਰਾਜ ਕਿਉਂ ਨਹੀਂ ਉਹਨਾਂ ਦੇ ਹਿਰਦੇ 'ਚ ਪ੍ਰਗਟ ਕਿਉਂ ਨਹੀਂ ਹੁੰਦਾ? ਕਹਿੰਦੇ ਦੇਵੀ ਦੇਵਤੇ ਜਾਂ ਤਾਂ ਵਕਾਰਾਂ ਵਿੱਚ ਲੱਗੇ ਆ, ਜਾਂ ਫਿਰ ਉਹ ਅਪਸ਼ਰਾਂ ਦੇ ਭੋਗਾਂ ਵਿੱਚ ਲੱਗੇ ਹੋਏ ਆ। ਜਦੋਂ ਹਿਰਦੇ ਵਿੱਚ ਸੰਸਾਰੀ ਚੀਜ਼ਾਂ, ਸੁੰਦਰ ਸਰੀਰ ਮੰਗੀਏ ਵਿਕਾਰਾਂ ਵਾਸਤੇ, ਫਿਰ ਨਾਮ ਨਹੀਂ ਵਸਦਾ। ਰਿਦ ਮੰਗਹਿ ਹਾਥ ਪਸਾਰੇ, ਕੋਈ ਰਿੱਧੀਆਂ ਸਿੱਧੀਆਂ ਮੰਗਦਾ ਹੈ ਹੱਥ ਪਸਾਰ ਕਰਕੇ। ਹਰ ਜਸ ਜਪ ਜਪ ਵੱਡਾ ਵਡੇਰਾ, ਭਾਈ ਵੱਡਿਆਂ ਤੋਂ ਵੱਡੇ ਸਾਹਿਬ ਗੁਰੂ ਅਮਰਦਾਸ ਜੀ ਹਨ, ਉਹਨਾਂ ਦਾ ਜਸ ਕਰੋ, ਉਹਦਾ ਜਪ ਕਰੋ, ਜਪਜੀ ਸਾਹਿਬ ਕਰੀ ਜਾਓ। ਗੁਰਮੁਖ ਰੱਖੋ ਉਰ ਧਾਰੇ, ਮੁਖੀ ਸਤਿਗੁਰਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ ਕਰੋ। ਜੇ ਵੱਡ ਭਾਗ ਹੋਵੇ ਤਾਂ ਜਪੀਐ, ਭਾਈ ਜਿਨ੍ਹਾਂ ਦੇ ਵੱਡੇ ਭਾਗ, ਵੱਡ ਭਾਗ ਜਿਹੜੇ ਵੱਡੇ ਪੁਣੇ ਤੋਂ ਭੱਜ ਗਏ ਆ,
ਉਹ ਜਪ ਸਕਦੇ ਹਨ। ਹਰ ਭਉ ਜਲ ਪਾਰ ਉਤਾਰੇ, ਸੰਸਾਰ ਸਮੁੰਦਰ ਤੋਂ ਉਹਨਾਂ ਨੂੰ ਪਾਰ ਕਰ ਦਿੱਤਾ ਹੈ। ਹਰ ਜਨ ਨਿਕਟ ਨਿਕਟ ਹਰ ਜਨ ਹੈ। ਹਰੀ ਜਿਹੜਾ ਹੈ ਉਹ ਆਪਣੇ ਜਨਾਂ ਭਗਤਾਂ ਦੇ ਸਦਾ ਨੇੜੇ ਤੋਂ ਨੇੜੇ ਹੈ। ਹਰ ਰਾਖੈ ਕੰਠ ਜਨ ਧਾਰੇ, ਕਿਉਂਕਿ ਜਿਹੜੇ ਜਨ ਹੈ ਉਹ ਸਦਾ ਹਿਰਦੇ ਵਿੱਚ ਵਸਾ ਕੇ ਰੱਖਦੇ। ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਏ, ਖਾਲਸਾ ਮੇਰੋ ਰੂਪ ਹੈ ਖਾਸ। ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਉਹ ਬ੍ਰਹਮ ਸਰੂਪ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ ਹਨ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਭਾਈ ਸਾਡੇ ਮਾਤਾ ਪਿਤਾ ਸਤਿਗੁਰੂ ਪਰਮਾਤਮਾ ਹੀ ਹਨ। ਹਮ ਬਾਰਿਕ ਹਰ ਪ੍ਰਤਪਾਰੇ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਰਿਕ ਹਾਂ। ਬੱਚੇ ਬਣ ਕੇ ਰਵਾਂਗੇ, ਫਿਰ ਪਾਲਣਾ ਕਰਨਗੇ ਜਿਵੇਂ ਗੋਦੀ ਦੇ ਬੱਚੇ ਦੀ ਪਾਲਣਾ ਕਰਦਾ ਹੈ। ਮਾਤਾ ਪਿਤਾ ਔਗਣ ਨਹੀਂ ਚਿਤਾਰਦਾ। ਜੇ ਸਿਆਣੇ ਬਣ ਕੇ ਜਾਣ ਬੁੱਝ ਕੇ ਗਲਤੀਆਂ ਕਰੇ, ਫਿਰ ਚਾਂਡਾ ਵੀ ਖਾਂਦੇ, ਫਿਰ ਚਪੇੜਾਂ ਵੀ ਮਾਰਦੇ ਜਿਹੜੇ ਜਾਣ ਬੁੱਝ ਕੇ ਗਲਤੀਆਂ ਕਰ। ਸਿਆਣੇ ਬਣ ਕੇ ਬੱਚੇ ਜਿਹੜੇ ਗਲਤੀਆਂ ਕਰਦੇ ਉਹ ਕੁੱਟਾਂ ਖਾਂਦੇ, ਤੇ ਜਿਹੜੇ ਬੱਚੇ ਅਨਭੋਲ ਹੈ ਉਹਨਾਂ ਨੂੰ ਮਾਂ ਬਾਪ ਲਾੜਦਾ ਪਿਆਰਦਾ, ਗੰਦਗੀ ਤੱਕ ਸਾਫ਼ ਕਰਦੇ, ਉਹਨਾਂ ਦੇ ਔਗਣ ਨਹੀਂ ਚਿਤਾਰਦੇ। ਐਸੇ ਬੱਚੇ ਬਣ ਕੇ ਗੁਰੂ ਸਾਹਿਬ ਦੀ ਭਗਤੀ ਕਮਾਈਏ। ਸਾਧ ਸੰਗਤ ਜੀ, 1 ਤਰੀਕ ਨੂੰ ਸਿੰਘ ਸਭਾ ਲਹਿਰ ਉਹਨਾਂ ਦੇ ਜੋ ਸਮਾਗਮ ਹਨ, ਕਿਉਂਕਿ 150 ਸਾਲਾ ਆ ਰਿਹਾ ਹੈ, ਇਸ ਅਸਥਾਨ ਤੇ ਗੁਰਮੁਖ ਪ੍ਰਬੰਧਕਾਂ ਨੇ ਬੇਨਤੀ ਉਹਨਾਂ ਵੱਲੋਂ ਆਪ ਜੀ ਨੂੰ ਵੱਧ ਤੋਂ ਵੱਧ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ। ਦਾਸ ਪਾਸੋਂ ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਭੁੱਲਾਂ ਦੀ ਜੋ ਹੈ ਮਾਫੀ ਬਖਸ਼ਿਸ਼ ਕਰਨੀ। ਧੰਨ ਧੰਨ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਕਰੋੜ ਕਰੋੜ ਵਾਰੀ ਨਮਸਕਾਰ, ਜਿਨ੍ਹਾਂ ਸਾਡੇ ਗਰੀਬਾਂ ਤੇ ਮਿਹਰ ਕਰਕੇ ਆਪਣੇ ਸੇਵਕ ਬਣਾਇਆ ਹੈ। ਨਮਸਕਾਰ ਨਮਸਕਾਰ ਉਹਨਾਂ ਦੇ ਚਰਨਾਂ ਤੇ। ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੈ ਕੰਠ ਜਨ ਧਾਰੇ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਿਕ ਹਰ ਪ੍ਰਤਪਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।